ਸਤਿ ਸ਼੍ਰੀ ਅਕਾਲ ਜੀ, ਤੁਸੀਂ ਜੁੜੇ ਹੋ ਪ੍ਰਾਈਮ ਏਸ਼ੀਆ ਟੀਵੀ ਦੇ ਨਾਲ। ਮੈਂ ਪਰਮਵੀਰ ਸਿੰਘ ਬਾਠ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ। ਤੇ ਦੇਸ਼ ਕੈਨੇਡਾ ਤੇ ਇਹ ਐਸਾ ਦੇਸ਼ ਹੈ ਜਿਹੜਾ ਹਰ ਦੇਸ਼ ਦੇ ਨਾਲ ਜੁੜਿਆ ਹੋਇਆ ਹੈ। ਖਾਸ ਤੌਰ ਦੇ ਉੱਤੇ ਜੇ ਕੋਈ ਪੰਜਾਬ ਦੇ ਵਿੱਚ ਬੈਠਾ ਹੈ ਤੇ ਉਹਨੂੰ ਪਤਾ ਹੈ ਕਿ ਉਹਦੇ ਪਰਿਵਾਰ ਦਾ ਕੋਈ ਮੈਂਬਰ, ਆਂਢੀ ਗੁਆਂਢੀ, ਰਿਸ਼ਤੇਦਾਰ, ਪਿੰਡ ਦਾ, ਜਾਣੀ ਜਿਹਦੇ ਨਾਲ ਉਹਦਾ ਤਾਲਮੇਲ ਸੰਪਰਕ ਹੋਏਗਾ, ਕੋਈ ਨਾ ਕੋਈ ਇਸ ਦੇਸ਼ ਦੇ ਵਿੱਚ ਬੈਠਾ ਜ਼ਰੂਰ ਹੈ। ਸੋ ਇੱਥੇ ਕੋਈ ਵਧੀਆ ਕੰਮ ਹੋਵੇ ਤਾਂ ਉਹਦਾ ਚੰਗਾ ਪ੍ਰਭਾਵ ਸਾਰੀ ਦੁਨੀਆ 'ਚ ਜਾਂਦਾ ਹੈ। ਜੇ ਮਾੜੀ ਮੋਟੀ ਕੋ ਨਾ ਪੱਖੀ ਖਬਰ ਆਉਂਦੀ ਹੈ ਤਾਂ ਉਹਦੀ ਧਮਕ ਵੀ ਤਕਰੀਬਨ ਸਾਰੀ ਦੁਨੀਆ ਦੇ ਵਿੱਚ ਪੈਂਦੀ ਹੈ। ਅੱਜ ਕੱਲ੍ਹ ਪੰਜਾਬ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਨਸ਼ੇ ਦਾ ਮੁੱਦਾ ਇੱਕ ਵਾਰ ਫੇਰ ਗਰਮਾਇਆ ਕਿ ਪੰਜਾਬ ਦੇ ਵਿੱਚੋਂ ਨਸ਼ਾ ਦੂਰ ਕਿਵੇਂ ਕੀਤਾ ਜਾਵੇ, ਨੌਜਵਾਨ ਪੀੜ੍ਹੀ ਨੂੰ ਉਸ ਗਰਕਣ ਦੇ ਵਿੱਚ ਗਰਕਣ ਤੋਂ ਬਚਾਇਆ ਕਿਵੇਂ ਜਾਵੇ। ਪਰ ਦੁਨੀਆ ਦਾ ਸ਼ਾਇਦ ਕੋਈ ਕੋਨਾ ਨਹੀਂ ਜਿਹੜਾ ਕਿ ਇਹਦੇ ਤੋਂ ਅਛੂਤਾ ਹੈ। ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਿੱਚ, ਇਸ ਸੂਬੇ ਦੇ ਵਿੱਚ, ਜਿਹਦੇ ਵਿੱਚ ਸਰੀ, ਐਬਟਸਫੋਰਡ, ਵੈਨਕੂਵਰ ਵਰਗੇ ਉਹ ਇਲਾਕੇ ਨੇ ਜਿੱਥੇ ਪੰਜਾਬੀਆਂ ਦੀ ਗਿਣਤੀ ਬਹੁਤ ਹੈ, ਉੱਥੇ ਵੀ ਨਸ਼ੇ ਦੀ ਸਮੱਸਿਆ ਇੱਕ ਬਹੁਤ ਵੱਡੀ ਹੈ। ਸਰਕਾਰ ਇਸ ਗੱਲ ਨੂੰ ਮੰਨ ਚੁੱਕੀ ਹੈ ਕਿ ਇਸ ਲੜਾਈ ਨੂੰ ਲੜਨਾ ਪਊਗਾ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਆਪੋ ਆਪਣੇ ਪੱਧਰ ਦੇ ਉੱਤੇ ਕੋਸ਼ਿਸ਼ ਕਰ ਰਹੇ ਨੇ। ਤੇ ਅੱਜ ਸਾਡੇ ਨਾਲ ਕੈਲ ਦੋਸਾਂਝ ਹੋਰੀ ਇੱਥੇ ਮੌਜੂਦ ਨੇ। ਵੈਨਕੂਵਰ ਪੁਲਿਸ ਦੇ ਵਿੱਚ ਪਿਛਲੇ 23 ਸਾਲ ਤੋਂ ਲਗਾਤਾਰ ਕੰਮ ਕਰ ਰਹੇ ਨੇ ਤੇ ਉਹ ਮੁੱਖ ਤੌਰ ਦੇ ਉੱਤੇ ਜਿਹੜੇ ਨਸ਼ਾ ਵੇਚਦੇ ਨੇ ਜਾਂ ਜਿਹੜੀ ਨਸ਼ੇ ਦਾ ਇੱਕ ਪੂਰਾ ਕਾਰੋਬਾਰ ਚੱਲਦਾ ਹੈ ਉਹਦੇ ਨਾਲ ਸੰਬੰਧਿਤ ਕੇਸਾਂ ਨੂੰ ਹੀ ਅਜੇ ਤੱਕ ਹੈਂਡਲ ਕਰਦੇ ਰਹੇ ਆ। ਤੇ ਅੱਜ ਸਵਾਲ ਕਈ ਹੋਣਗੇ ਕਿ ਨਸ਼ੇ ਦੀ ਸਮੱਸਿਆ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਵੈਨਕੂਵਰ ਦੇ ਵਿੱਚ, ਸਰੀ ਦੇ ਵਿੱਚ, ਇਸ ਇਲਾਕੇ ਜਿੱਥੇ ਪੰਜਾਬੀ ਰਹਿੰਦੇ ਨੇ ਉਹ ਕਿੱਡੀ ਕੁ ਹੈ, ਕੌਣ ਇਹਦੀ ਲਪੇਟ 'ਚ ਆ ਰਹੇ ਨੇ, ਸਾਨੂੰ ਇਹਨੂੰ ਕਿੰਨੀ ਕੁ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਜਾਂ ਫਿਰ ਕਈ ਗੱਲ ਸੁਣੀ ਤੇ ਅਣਸੁਣੀ ਕਰ ਦਿੱਤੀ ਉੱਧਰ, ਤੇ ਇਹਦੇ ਸਿੱਟੇ, ਇਹਦੇ ਨਤੀਜੇ, ਇਹਦੇ ਰਿਜ਼ਲਟ ਕਿੱਦਾਂ ਦੇ ਆ ਰਹੇ ਨੇ, ਉਹਨਾਂ ਸਾਰੀਆਂ ਚੀਜ਼ਾਂ ਦੇ ਉੱਤੇ ਚਰਚਾ ਆਪਾਂ ਕਰਨੀ ਹੈ। ਕੈਲ ਦੋਸਾਂਝ ਜੀ, ਸਵਾਗਤ ਹੈ ਤੁਹਾਡਾ ਪ੍ਰਾਈਮ ਏਸ਼ੀਆ ਤੇ। ਬਾਠ ਸਾਹਿਬ, ਥੈਂਕ ਯੂ ਸੋ ਮਚ ਜਿਹੜਾ ਸ਼ੋਅ 'ਤੇ ਬੁਲਾਇਆ ਤੇ ਮੌਕਾ ਦਿੱਤਾ। ਸ਼ੁਕਰੀਆ ਜੀ। ਕੈਲ ਦੋਸਾਂਝ ਭਾਜੀ, ਸਭ ਤੋਂ ਪਹਿਲਾਂ ਇਹ ਗੱਲ ਜ਼ਰੂਰ ਦੱਸਿਓ ਕਿ 23 ਸਾਲ ਦਾ ਤੁਹਾਡਾ ਵੈਨਕੂਵਰ ਪੁਲਿਸ ਦੇ ਵਿੱਚ ਕੰਮ ਕਰਨ ਦਾ ਤਜਰਬਾ ਤੇ ਅਜੇ ਚੱਲ ਰਿਹਾ। ਮੈਂ ਸਾਊਥ ਸਾਈਡ ਵੈਨਕੂਵਰ ਜਦੋਂ ਤੁਹਾਡਾ ਪ੍ਰੋਫਾਈਲ ਪੜ੍ਹਦਾ ਸੀ ਤਾਂ ਕਿ ਤੁਹਾਡਾ ਮੋਸਟਲੀ ਉੱਥੇ ਫੋਕਸ ਰਿਹਾ ਤੇ ਉਹ ਇਸ ਖਿੱਤੇ ਦੇ ਵਿੱਚ ਸਭ ਤੋਂ ਜ਼ਿਆਦਾ, ਚਾਹੇ ਉਹ ਗੈਂਗ ਵਾਰ ਜਿਹੜੀ ਹੋਵੇ ਜਾਂ ਗੈਂਗ ਮੈਂਬਰਸ ਜਿਹੜੇ ਨੇ ਉਹਨਾਂ ਦੇ ਨਾਲ ਲਿਪਤ ਇਲਾਕਾ ਜਾਂ ਫਿਰ ਡਰੱਗ ਡੀਲਿੰਗ ਵਾਲਾ ਕੰਮ ਉੱਥੇ ਬਹੁਤ ਚੱਲਦਾ। ਜੇ ਮੈਂ ਪਹਿਲਾ ਸਵਾਲ ਪੁੱਛਣਾ ਹੋਵੇ ਕਿ ਕੀ ਸਾਨੂੰ ਪੰਜਾਬੀਆਂ ਨੂੰ, ਜਿਹੜੇ ਇੱਥੇ ਪੁਰਾਣੇ ਆਏ ਨੇ ਜਾਂ ਨਵੇਂ ਇੰਟਰਨੈਸ਼ਨਲ ਸਟੂਡੈਂਟ ਆ ਰਹੇ ਆ ਜਾਂ ਕੋਈ ਵਿਜ਼ਟਰ ਆ ਰਿਹਾ, ਸਾਡੇ ਤੇ ਵੀ ਇਹ ਨਸ਼ੇ ਦਾ ਕੰਮ ਪ੍ਰਭਾਵ ਪਾਉਂਦਾ ਕਿ ਹੋਰ ਪਾਸੇ ਹੀ ਆ ਜੀ? ਯਾਰ, ਪੰਜਾਬੀਆਂ ਦਾ ਪੁਰਾਣੀ ਕਹਾਵਤ ਆ, ਬਜ਼ੁਰਗ ਕਹਿੰਦੇ ਹੁੰਦੇ ਸੀ ਕਿ ਜੇ ਪੜੋਸੀਆਂ ਦੇ ਬੇੜੇ ਦੇ ਵਿੱਚ ਅੱਗ ਲੱਗੀ ਆ ਤੇ ਸੇਕ ਆਪਾਂ ਨੂੰ ਲੱਗਣਾ ਹੀ ਆ ਜੀ। ਆਪਾਂ ਇਸ ਗੱਲ ਨੂੰ ਇਗਨੋਰ ਨਹੀਂ ਕਰ ਸਕਦੇ। ਹੁਣ ਪੰਜਾਬੀ ਕਮਿਊਨਿਟੀ ਖਾਸ ਕਰਕੇ ਲੋਕੀ ਮੈਨੂੰ ਇਹੀ ਪੁੱਛਦੇ ਆ, ਕਹਿੰਦੇ ਆ ਕਿ ਤੇਰੇ ਪਿੱਛੇ ਮੋਟੀਵੇਸ਼ਨ ਕੀ ਆ, ਇੰਨਾ ਕੁਛ ਆਪਣੀ ਕਮਿਊਨਿਟੀ ਦੇ ਵਿੱਚ ਕਿਉਂ ਕਰ ਰਿਹਾ ਆ? ਇਸ ਕਰਕੇ ਕਰ ਰਹੇ ਹਾਂ ਕਿਉਂਕਿ ਪੰਜਾਬੀ ਕਮਿਊਨਿਟੀ ਨੂੰ ਨੌਲੇਜ ਦੇਣਾ ਆਪਣੇ ਸਾਰਿਆਂ ਦਾ ਫਰਜ਼ ਬਣਦਾ ਆ। ਖਾਸ ਕਰਕੇ ਜੇ ਆਪਾਂ ਆਪਣੇ ਲੈਂਗੁਏਜ ਦੇ ਵਿੱਚ ਸਮਝਾ ਸਕਦੇ ਹਾਂ ਕਿ ਕੀ ਹੋ ਰਿਹਾ ਆ ਤੇ ਫਿਰ ਆਪਣੀ ਰਿਸਪੌਂਸਿਬਿਲਿਟੀ ਬਣਦੀ ਆ। ਇਸੇ ਤਰ੍ਹਾਂ ਜਿਹੜੀਆਂ ਚੀਜ਼ਾਂ ਅੱਖੀਂ ਦੇਖੀਆਂ ਹੋਈਆਂ, ਜਿਹੜੇ ਕੰਮ ਮੈਂ ਕੀਤੇ ਹੋਏ ਆ ਡਾਊਨਟਾਊਨ ਈਸਟ ਸਾਈਡ ਦੇ ਵਿੱਚ, ਮੈਨੂੰ ਪਤਾ ਆ ਕਿ ਮੇਰੇ ਉੱਤੇ ਕੀ ਬੀਤੀ। ਹੁਣ ਅਨਫੋਰਚੂਨੇਟਲੀ ਕਹਿਣਾ ਨਹੀਂ ਚਾਹੁੰਦਾ ਆ, ਪਰ ਸਾਹਮਣੇ ਲਾਸ਼ਾਂ ਪਈਆਂ ਹੁੰਦੀਆਂ ਸੀ ਬੱਚਿਆਂ ਦੀਆਂ ਜਿਹੜੇ ਡਰੱਗ ਓਵਰਡੋਸ ਤੋਂ ਮਰੇ ਆ ਜਾਂ ਡਰੱਗ ਵਾਇਲੈਂਸ ਤੋਂ ਮਰੇ ਆ। ਮੈਂ ਮੰਗਦਾ ਸਾਰੀ ਪੰਜਾਬੀ ਕਮਿਊਨਿਟੀ ਇਸ ਗੱਲ ਨੂੰ ਅੰਡਰਸਟੈਂਡ ਕਰੇ, ਅਪਰੀਸ਼ੀਏਟ ਕਰੇ ਕਿ ਇਹ ਗੱਲਾਂ ਤੁਹਾਡੀ ਫੈਮਿਲੀ ਤੱਕ ਵੀ ਪਹੁੰਚ ਸਕਦੀਆਂ ਆ ਤੇ ਇਸ ਗੱਲ ਨੂੰ ਆਪਾਂ ਕਿਸ ਤਰ੍ਹਾਂ ਪ੍ਰੀਵੈਂਟ ਕਰ ਸਕਦੇ ਹਾਂ। ਠੀਕ ਹੈ ਜੀ। ਸੋ ਉਸੇ ਤਰ੍ਹਾਂ ਆਪਣੀ ਰਿਸਪੌਂਸਿਬਿਲਿਟੀ ਸਮਝ ਕੇ ਇੱਕ ਪੁਲਿਸ ਆਫਿਸਰ ਦੇ ਤੌਰ 'ਤੇ, ਕਮਿਊਨਿਟੀ ਐਡਵੋਕੇਟ ਦੇ ਤੌਰ 'ਤੇ, ਤੇ ਇਹ ਨੌਲੇਜ ਕਮਿਊਨਿਟੀ ਤੱਕ ਪਹੁੰਚਾਉਣੀ ਆਪਣੀ ਰਿਸਪੌਂਸਿਬਿਲਿਟੀ ਬਣਦੀ ਹੈ ਜੀ। ਮੈਂ ਪ੍ਰਾਈਮ ਏਸ਼ੀਆ ਟੀਵੀ ਦੇ ਪਰਿਵਾਰ ਦੇ ਮੈਂਬਰਾਂ ਨੂੰ ਇਹ ਜ਼ਰੂਰ ਦੱਸਦੇ ਹਾਂ ਕਿ ਕੈਲ ਦੋਸਾਂਝ ਹੋਰੀ ਇਕੱਲੇ ਪੁਲਿਸ ਆਫਿਸਰ ਦੇ ਤੌਰ 'ਤੇ ਕੰਮ ਨਹੀਂ ਕਰਦੇ, ਕਿਡਸ ਪਲੇ ਫਾਊਂਡੇਸ਼ਨ ਦੇ CEO ਵੀ ਨੇ ਤੇ ਉਹਦੇ ਵਿੱਚ ਵੀ ਮੇਨ ਫੋਕਸ ਇਹਨਾਂ ਚੀਜ਼ਾਂ ਦੇ ਉੱਤੇ ਰਹਿੰਦਾ ਕਿ ਕਿਸੇ ਨਾ ਕਿਸੇ ਤਰੀਕੇ ਮੁੱਖ ਧਾਰਾ ਦੇ ਵਿੱਚ ਸਾਰਿਆਂ ਨੂੰ ਸ਼ਾਮਲ ਕੀਤਾ ਜਾਏ, ਸਮਾਜਿਕ ਕੰਮ ਜਿਹੜੇ ਉਹ ਕੀਤੇ ਜਾਣ। ਅੱਛਾ ਕੈਲ ਦੋਸਾਂਝ ਜੀ, ਹੁਣ ਤੁਸੀਂ ਜਿਹੜਾ 23 ਸਾਲ ਦਾ ਤੁਹਾਡਾ ਤਜਰਬਾ ਹੈ, ਆਮ ਤੌਰ ਦੇ ਉੱਤੇ ਜਿਹੜਾ ਬੰਦਾ ਪੰਜਾਬ 'ਚ ਬੈਠਾ, ਬਹੁਤ ਸਾਰਿਆਂ ਨੇ ਬੱਚੇ ਆਪਣੇ ਇੱਧਰਲੇ ਪਾਸੇ ਭੇਜਣੇ ਆ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ, ਕਿਸੇ ਨੇ ਵਰਕ ਪਰਮਿਟ 'ਤੇ ਆਉਣਾ ਹੈ ਕਿਉਂਕਿ ਆਪਣਾ ਸੰਬੰਧ ਭਾਈਚਾਰੇ ਨਾਲ ਰਹਿੰਦਾ ਹੈ, ਪੰਜਾਬੀ ਭਾਈਚਾਰੇ ਨਾਲ। ਜਿਹੜੇ ਆਉਣ ਵਾਲੇ ਨੇ ਉਹਨਾਂ ਦੀ ਕਿੱਦਾਂ ਦੀ ਮਾਨਸਿਕ ਤੌਰ ਦੇ ਉੱਤੇ ਤਿਆਰੀ ਚਾਹੀਦੀ ਹੈ? ਕਿਉਂਕਿ ਤੁਹਾਡੇ ਸਾਹਮਣੇ ਚੰਗੀਆਂ ਚੀਜ਼ਾਂ ਵੀ ਆ, ਤੁਹਾਡੇ ਸਾਹਮਣੇ ਮਾੜੀਆਂ ਵੀ ਆ, ਕੋਈ ਪਤਾ ਨਹੀਂ ਕਿ ਤੁਹਾਨੂੰ ਕਿੱਦਾਂ ਦਾ ਬੰਦਾ ਮਿਲ ਜਾਣਾ, ਤੁਸੀਂ ਉਹਦੇ ਤੋਂ ਬਚਾਅ ਕਿੰਨਾ ਕਰ ਰੱਖਣਾ ਹੈ। ਹੁਣ ਇੰਟਰਨੈਸ਼ਨਲ ਸਟੂਡੈਂਟ +2 ਕਰਕੇ ਬੱਚੇ ਆਉਂਦੇ ਆ, ਕਈ ਬਹੁਤ ਸਮਝਦਾਰ ਹੁੰਦੇ ਆ, ਕਈਆਂ ਨੂੰ ਪਰਿਵਾਰਾਂ ਨੇ ਬੜੇ ਲਾਡਾਂ ਪਿਆਰਾਂ ਦੇ ਨਾਲ ਰੱਖਿਆ ਹੁੰਦਾ, ਉਹਨਾਂ ਨੂੰ ਅਜੇ ਦੁਨੀਆਦਾਰੀ ਦੀ ਪੂਰੀ ਸਮਝ ਨਹੀਂ ਹੁੰਦੀ। ਮੈਂ ਉੱਥੋਂ ਹੀ ਸ਼ੁਰੂ ਕਰਦਾ ਕਿ ਇੱਕ ਬੱਚਾ ਜਿਹੜਾ ਬਿਲਕੁਲ ਨਸ਼ੇ ਦੇ ਨੇੜੇ ਨਹੀਂ ਜਾਂਦਾ, ਉਹਨੂੰ ਇੱਥੇ ਆ ਕੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਉਹ ਇਸ ਚਿੱਕੜ ਦੇ ਵਿੱਚ ਫਸਣ ਤੋਂ ਬਚ ਜਾਏ? ਦੇਖ ਯਾਰ, ਹੁਣ ਬਥੇਰਿਆਂ ਨੇ ਪੰਜਾਬੀ ਕਮਿਊਨਿਟੀ ਦੇ ਵਿੱਚ ਮੈਨੂੰ ਇਹ ਸਮਝਾਇਆ ਕਿ ਮਰਦੇ ਆ ਤਾਂ ਮਰ ਲੈਂਦੇ, ਤੈਨੂੰ ਕੀ। ਆਈ ਮੀਨ ਇਸ ਤਰ੍ਹਾਂ ਦੀ ਐਟੀਟਿਊਡ ਆਪਾਂ ਆਪਣੀ ਪੰਜਾਬੀ ਕਮਿਊਨਿਟੀ ਦੇ ਵਿੱਚ ਰੱਖੀ ਹੋਈ ਆ ਕਿ ਉਹਨਾਂ ਦੇ ਮਾਪਿਆਂ ਨੂੰ ਹੋਗਾ ਭਰਾਵਾ ਤੈਨੂੰ ਕੀ ਜੀ, ਆਪਾਂ ਨੂੰ ਕਿਉਂ ਨਹੀਂ ਹੋਗਾ।
ਜਦ ਆਪਣੇ ਕਮਿਊਨਿਟੀ ਦੇ ਬੱਚੇ ਆ, ਆਪਣੇ ਸਾਰਿਆਂ ਦਾ ਫਰਜ਼ ਤੇ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਇਹਨਾਂ ਵਾਸਤੇ ਕੁਝ ਕਰੀਏ। ਮੈਂ ਇਸ ਕਰਕੇ ਕਹਿ ਰਿਹਾ ਹਾਂ ਕਿਉਂਕਿ ਜਦ ਇੰਟਰਨੈਸ਼ਨਲ ਸਟੂਡੈਂਟ ਇੱਥੇ ਤੱਕ ਪਹੁੰਚਦੇ ਆ, ਇਹ ਇੰਟਰਨੈਸ਼ਨਲ ਸਟੂਡੈਂਟ ਹੀ ਆਪਣੇ ਸਾਰਿਆਂ ਦੇ ਬੱਚੇ ਆ, ਆਪਣੀ ਰਿਸਪੌਂਸਿਬਿਲਿਟੀ ਹੈ ਕਿ ਆਪਾਂ ਇੱਕ ਕਮਿਊਨਿਟੀ ਸਮਝ ਕੇ ਤੇ ਇਹਨਾਂ ਦੀ ਟੇਕ ਕੇਅਰ ਕਰੀਏ। ਮੈਂ ਇਸ ਕਰਕੇ ਇਹ ਗੱਲ ਸਮਝਾ ਰਿਹਾ, ਮੇਰੇ ਕਹਿਣ ਦਾ ਭਾਵ ਆ ਕਿ ਹੁਣ ਤੁਸੀਂ ਯਕੀਨ ਨਹੀਂ ਕਰ ਸਕਦੇ ਕਿ ਇੰਡੀਆ ਤੋਂ ਮੈਨੂੰ ਕਿੰਨੇ ਫੋਨ ਕਾਲ ਆਉਂਦੇ ਆ ਮਾਪਿਆਂ ਦੇ ਜਿਹੜੇ ਰੋ ਰਹੇ ਆ। 2 ਦਿਨ ਪਹਿਲੋਂ ਦੀ ਗੱਲ ਆ, ਇੱਕ ਮਾਂ ਦਾ ਮੈਨੂੰ ਫੋਨ ਆਇਆ ਜਲੰਧਰ ਖਾਸ ਜੀ, ਕਹਿੰਦੀ ਭਾਜੀ ਮੈਂ ਤੁਹਾਡਾ ਫੋਨ ਨੰਬਰ ਮੈਨੂੰ ਪਤਾ ਲੱਗਾ ਸੀ, ਇੱਥੇ ਸਾਡੇ ਰਿਸ਼ਤੇਦਾਰ ਰਹਿੰਦੇ ਆ ਤੇ ਉਹਨਾਂ ਨੇ ਕਿਹਾ ਸੀ ਕਿ ਕੈਲ ਦਸਾਂਝ ਨੂੰ ਫੋਨ ਕਰੋ। ਤੁਹਾਨੂੰ ਇਸ ਕਰਕੇ ਮੈਂ ਫੋਨ ਕਰ ਰਹੀ ਹਾਂ ਕਿਉਂਕਿ ਅਸੀਂ ਆਪਣਾ ਬੱਚਾ ਇੱਥੇ ਪੜ੍ਹਨਾ ਭੇਜਿਆ ਸੀ, ਰਾਈਟ। ਐਟਲੀਸਟ ਇੱਥੇ ਪੰਜਾਬ ਦੇ ਵਿੱਚ ਸਾਡੀ ਅੱਖੀ ਸਾਹਮਣੇ ਹੁੰਦਾ ਸੀ ਤੇ ਅਸੀਂ ਇਹਦੀ ਟੇਕ ਕੇਅਰ ਕਰ ਸਕਦੇ ਸੀ। ਅਸੀਂ ਇਹੀ ਸੋਚਿਆ ਕਿ ਬੀਬਾ ਬੱਚਾ ਆ ਤੇ ਨਸ਼ਿਆਂ ਕੋਲੋਂ ਦੂਰ ਰਹੇਗਾ, ਬੁਰੇ ਇਨਸਾਨਾਂ ਤੋਂ ਦੂਰ ਰਹੇਗਾ, ਮਾੜੀ ਸੰਗਤ ਤੋਂ ਦੂਰ ਰਹੇਗਾ, ਤੇ ਅਸੀਂ ਇਹੀ ਸੋਚ ਕੇ ਅਸੀਂ ਸੋਚ ਦੇ ਨਾਲ ਇਹਨੂੰ ਇੱਥੇ ਭੇਜ ਦਿੱਤਾ। ਅਨਫੋਰਚੂਨੇਟਲੀ ਸਾਡਾ ਬੱਚਾ ਮਾੜੀ ਸੰਗਤ ਵਿੱਚ ਪੈ ਕੇ ਤੇ ਨਸ਼ਿਆਂ ਤੇ ਲੱਗ ਗਿਆ। ਹੁਣ ਇਸ ਸਮੇਂ ਇੱਕ ਨਸ਼ੇੜੀ ਹੈ ਤੇ ਤੁਸੀਂ ਪਲੀਜ਼ ਸਾਡੀ ਹੈਲਪ ਕਰੋ। ਮੈਂ ਪਬਲਿਕ ਨੂੰ ਇਹ ਕਹਿਣਾ ਮੰਗਦਾ ਹਾਂ ਕਿ ਇਹ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਇੱਥੇ ਆ ਰਹੇ ਆ ਤੇ ਇਹ ਕਾਫੀ ਵੱਡੀ ਪ੍ਰੋਬਲਮ ਇਸ ਇੰਟਰਨੈਸ਼ਨਲ ਸਟੂਡੈਂਟ ਕਮਿਊਨਿਟੀ ਦੇ ਵਿੱਚ ਫੈਲੀ ਹੋਈ ਆ ਕਿ ਡਰੱਗ ਐਡਿਕਸ਼ਨ ਇੱਕ ਬਹੁਤ ਵੱਡੀ ਚੀਜ਼ ਆ। ਤੇ ਮੈਂ ਕਿਸੇ ਨੂੰ ਬਲੇਮ ਨਹੀਂ ਕਰ ਰਿਹਾ ਇਸ ਗੱਲ ਦੀ ਕਿਉਂਕਿ ਇਹ ਇੱਕ ਬਿਮਾਰੀ ਹੈ ਜੀ, ਰਾਈਟ। ਤੇ ਬਿਮਾਰੀ ਕਈ ਵਾਰੀ ਉਸ ਦਾ ਲਿੰਕ ਹੁੰਦਾ ਆ ਮੈਂਟਲ ਹੈਲਥ ਦੇ ਨਾਲ, ਕਿਉਂਕਿ ਹੁਣ ਪੰਜਾਬੀ ਵਿੱਚ ਇਹ ਵੀ ਕਹਾਵਤ ਹੈ, ਕਹਿੰਦੇ ਡਿਪਰੈਸ਼ਨ ਬਿੱਲੇ ਬੰਦਿਆਂ ਦਾ ਕੰਮ ਆ, ਰਾਈਟ। ਕਹਿਣ ਦਾ ਮਤਲਬ ਆਪਣੀ ਸੋਚ ਨਹੀਂ ਹਾਲੇ ਇਸ ਗੱਲ ਬਾਰੇ ਚੇਂਜ ਹੋਈ ਕਿ ਆਪਾਂ ਇਸ ਗੱਲ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕਰਦੇ ਹਾਂ ਕਿ ਮੈਂਟਲ ਹੈਲਥ ਇਜ਼ ਨਾਟ ਐਨ ਇਸ਼ੂ, ਇਟ ਇਜ਼। ਜਿਹੜੇ ਸਟੂਡੈਂਟ ਇੱਥੇ ਆ ਰਹੇ ਆ, ਤੁਸੀਂ ਯਕੀਨ ਨਹੀਂ ਕਰ ਸਕਦੇ ਕਿੰਨੀ ਸਟ੍ਰੈਸ ਉਹਨਾਂ ਦੇ ਸਿਰ ਤੇ ਪਈ ਹੁੰਦੀ ਹੈ। ਇੱਕ ਤਾਂ ਉਹਨਾਂ ਨੇ ਆਪਣੀਆਂ ਗ੍ਰੇਡਾਂ ਪੂਰੀਆਂ ਕਰਨੀਆਂ ਹੁੰਦੀਆਂ ਆ, ਇੱਕ ਉਹਨਾਂ ਨੂੰ ਹਮੇਸ਼ਾ ਹੀ ਵੀਜ਼ੇ ਦਾ ਡਰ ਹੁੰਦਾ ਹੈ, ਇੱਕ ਉਹਨਾਂ ਨੂੰ ਹਮੇਸ਼ਾ ਹੀ ਇਹੀ ਡਰ ਹੁੰਦਾ ਕਿ ਅਸੀਂ ਆਪਣੇ ਖਰਚੇ ਕਿੱਦਾਂ ਪੂਰੇ ਕਰਨੇ, ਫੀਸਾਂ ਦੇਣੀਆਂ, ਰਾਈਟ। ਸਾਈਡ ਤੇ ਜੌਬਾਂ ਵੀ ਕਰਨੀਆਂ ਪੈਂਦੀਆਂ ਆ, ਰਾਈਟ। ਤੇ ਇਹ ਜਿੰਨੇ ਪ੍ਰੈਸ਼ਰ ਇਹ ਬੱਚਿਆਂ ਉੱਤੇ ਪਾਏ ਜਾਂਦੇ ਆ, ਅਨਫੋਰਚੂਨੇਟਲੀ ਕਈ ਬੱਚੇ ਇਸ ਪ੍ਰੈਸ਼ਰ ਨਾਲ ਡੀਲ ਕਰਨ ਵਾਸਤੇ ਨਸ਼ਿਆਂ ਦੇ ਵਿੱਚ ਪੈ ਜਾਂਦੇ ਆ, ਡਰੱਗ ਐਡਿਕਸ਼ਨ ਵਿੱਚ ਉਹਨੂੰ ਲੱਗ ਜਾਂਦੀ ਆ, ਕਿਉਂਕਿ ਇਨੀਸ਼ੀਅਲੀ ਉਹ ਇਹੀ ਮੰਗਦੇ ਹੁੰਦੇ ਆ ਕਿ ਡਰੱਗ ਦੇ ਨਾਲ ਜਿਹੜਾ ਸਾਡਾ ਪੇਨ ਆ ਦੂਰ ਹੋਵੇ। ਸੋ ਇਹ ਗੱਲ ਆਪਾਂ ਨੂੰ ਸਮਝਣ ਦੀ ਲੋੜ ਹੈ। ਇਹ ਨਹੀਂ ਕਿ ਆਪਾਂ ਪੰਜਾਬੀ ਕਮਿਊਨਿਟੀ ਦੇ ਵਿੱਚ ਐਨੀ ਮੋਰ ਇਸ ਗੱਲ ਉੱਤੇ ਮਿੱਟੀ ਪਾ ਸਕਦੇ ਹਾਂ ਕਿ ਗੱਲ ਨੂੰ ਦੱਬੋ, ਰਾਈਟ, ਕਿ ਲੋਕਾਂ ਤੱਕ ਬਾਹਰ ਨਾ ਪਹੁੰਚੇ ਤੇ ਕਿਸੇ ਨੂੰ ਪਤਾ ਨਾ ਲੱਗੇ, ਕਿਉਂਕਿ ਲੋਕੀ ਕੀ ਕਹਿਣਗੇ। ਤੁਹਾਨੂੰ ਇਸ ਗੱਲ ਦੇ ਨਾਲ ਕੋਈ ਪਰਵਾਹ ਨਹੀਂ ਹੋਣੀ ਚਾਹੀਦੀ ਕਿ ਲੋਕੀ ਕੀ ਕਹਿਣਗੇ, ਆਪਾਂ ਨੂੰ ਇੱਕ ਦੂਜੇ ਦੀ ਹੈਲਪ ਕਰਨ ਦੀ ਲੋੜ ਹੈ ਜੀ। ਅੱਛਾ ਕੈਲ ਦਸਾਂਝ ਜੀ, ਇਹ ਇੱਕ ਭਾਈਚਾਰਾ ਹੋ ਗਿਆ ਇੰਟਰਨੈਸ਼ਨਲ ਸਟੂਡੈਂਟ, ਜਿਹੜੇ ਇੱਥੇ ਦਾ ਆਪਣਾ ਪੰਜਾਬੀ ਭਾਈਚਾਰਾ ਪੁਰਾਣਾ ਆਇਆ, ਬੱਚੇ ਇੱਥੋਂ ਦੇ ਜੰਪਲ ਨੇ, ਉਹਨਾਂ ਦੇ ਵਿੱਚ ਵੀ ਇਹ ਸਮੱਸਿਆ ਹੈਗੀ ਆ? ਬਿਲਕੁਲ ਹੈਗੀ ਆ ਬਾਟ ਸਾਹਿਬ, ਬਿਲਕੁਲ ਹੈਗੀ ਆ। 2021 ਦੇ ਵਿੱਚ ਇਹ ਸਟੈਟਸ ਜਿਹੜੇ ਹੁਣ ਮੈਂ ਸ਼ੇਅਰ ਕਰਨ ਚੱਲਿਆ ਆ, ਇਹ ਤੁਸੀਂ BC ਕੋਰਨਰਸ ਸਰਵਿਸ ਥਾਣੀ ਤੁਸੀਂ ਇਹ ਸਟੈਟਸ ਆ ਸਕਦੇ ਆ ਗੂਗਲ ਕਰਕੇ। 1780 ਬੰਦਾ ਓਵਰਡੋਜ਼ ਤੋਂ ਮਰਿਆ 2021 ਦੇ ਵਿੱਚ। ਇੱਕ ਸਾਲ 'ਚ? ਇੱਕ ਸਾਲ ਦੇ ਵਿੱਚ 365 ਦਿਨਾਂ 'ਚ? ਯੈਸ। 2021 ਦੇ ਵਿੱਚ 1780, 2020 ਦੇ ਵਿੱਚ 1750, ਇਕੱਲੇ BC ਦੇ ਵਿੱਚ ਹੀ। ਤੇ ਤੁਸੀਂ ਦੇਖ ਲਓ, ਉਹਦੇ ਵਿੱਚੋਂ ਕਹਿ ਰਿਹਾ ਕਿ ਹਰੇਕ ਦਿਨ BC ਦੇ ਵਿੱਚ 6 ਬੰਦਾ ਮਰਦਾ ਓਵਰਡੋਜ਼ ਤੋਂ ਜੀ। ਇਹ ਸੋਚ ਕੇ honestly ਬੜਾ ਡਰ ਲੱਗਦਾ ਹੈ, ਬੜਾ ਅਫਸੋਸ ਹੁੰਦਾ ਹੈ ਕਿ ਆਪਣੀ ਕਮਿਊਨਿਟੀ ਦੇ ਵਿੱਚ ਹੋ ਕੀ ਰਿਹਾ। ਆਪਣੀ ਕਮਿਊਨਿਟੀ ਕਹਿਣ ਦਾ ਮਤਲਬ ਕਿ ਆਪਣੀ ਜਨਰਲ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਸਟੈਟਸ ਨਹੀਂ ਜਿਹੜਾ ਮੈਂ ਤੁਹਾਨੂੰ ਇਸ ਸਮੇਂ ਦੇ ਸਕਦਾ ਕਿ ਸਪੈਸੀਫਿਕਲੀ ਪੰਜਾਬੀ ਕਮਿਊਨਿਟੀ ਦੇ ਵਿੱਚ ਕੀ ਹੋ ਰਿਹਾ, ਪਰ ਇਹ ਸਟੈਟਸ ਸਾਰੇ ਕਮਿਊਨਿਟੀ ਐਜ਼ ਅ ਹੋਲ ਆਪਾਂ ਨੂੰ ਸਾਰਿਆਂ ਨੂੰ ਇਹ ਗੱਲ ਇੰਪੈਕਟ ਕਰਦੀ ਹੈ। ਤੇ ਉਹੀ ਜਿਹੜਾ ਤੁਸੀਂ ਮੈਨੂੰ ਸਵਾਲ ਪੁੱਛਿਆ ਸੀ ਕਿ ਇੱਥੇ ਦੇ ਜੰਪਲ ਬੱਚੇ ਵੀ ਇਸ ਲਾਈਨ ਦੇ ਵਿੱਚ ਪਏ ਹੋਏ ਆ, ਹਾਂ ਆਫ ਕੋਰਸ, ਰਾਈਟ। ਇਹ ਗੱਲ ਸਾਰਿਆਂ ਨੂੰ ਇਕੁਅਲੀ ਇੰਪੈਕਟ ਕਰ ਰਹੀ ਹੈ। ਹੁਣ ਗਵਰਨਮੈਂਟ ਨੇ ਵੱਖਰੇ ਵੱਖਰੇ ਉਪਰਾਲੇ ਤਿਆਰ ਕੀਤੇ ਆ ਇਸ ਗੱਲ ਦੇ ਨਾਲ ਡੀਲ ਕਰਨ ਵਾਸਤੇ। ਪਹਿਲੀ ਗੱਲ ਆ, ਇਹਨਾਂ ਨੇ ਇੱਕ ਪ੍ਰੋਡਕਟ ਰਿਲੀਜ਼ ਕੀਤਾ ਹੋਇਆ, ਇਟਸ ਕਾਲਡ ਨਲੋਕਸੋਲਾਨ। ਨਲੋਕਸੋਲਾਨ ਇੱਦਾਂ ਆ ਕਿ ਜੇ ਕਿਸੇ ਨੂੰ ਓਵਰਡੋਜ਼ ਹੋਵੇ ਤੇ ਤੁਸੀਂ ਉਹ ਪ੍ਰੋਡਕਟ ਯੂਜ਼ ਕਰਕੇ ਉਹ ਬੰਦੇ ਦੀ ਜਾਨ ਬਚਾ ਸਕਦੇ ਆ। ਕਿਡਸ ਪਲੇ ਥਾਣੀ ਅਸੀਂ ਸੋਚੇ ਕਿ ਕਿਉਂ ਨਾ ਅਸੀਂ ਵੀ ਟੈਕਨੋਲੋਜੀ ਯੂਜ਼ ਕਰੀਏ। ਜਿਹੜੀ ਸਾਡੀ ਕਮਿਊਨਿਟੀ ਪੈਟਰੋਲ ਟੀਮ ਆ, ਉਹਦੇ ਵਿੱਚ ਤਕਰੀਬਨ 200 ਬੱਚਾ ਜੁੜਿਆ ਹੋਇਆ ਆ ਜੀ। ਹਰੇਕ ਬੱਚੇ ਨੂੰ ਅਸੀਂ ਇਹ ਨਲੋਕਸੋਲਾਨ ਪ੍ਰੋਡਕਟ ਦਿੱਤਾ ਹੋਇਆ। ਬੱਚਾ ਕਹਿਣ ਦਾ ਮਤਲਬ 17, 18 ਸਾਲ 19 ਸਾਲ ਦੇ ਜਿਹੜੇ ਸਾਡੇ ਵੋਲੰਟੀਅਰ ਆ, ਉਹਨਾਂ ਨੇ ਪ੍ਰੋਡਕਟ ਦਿੱਤਾ ਗਿਆ ਹੈ ਕਿ ਆਪਣੀ ਪੈਟਰੋਲ ਡਿਊਟੀ ਦੇ ਵਿੱਚ ਜੇ ਉਹਨਾਂ ਨੂੰ ਕੋਈ ਇਸ ਤਰ੍ਹਾਂ ਦੀ ਸਮੱਸਿਆ ਦਿਸੀ, ਕੋਈ ਸਿਚੁਏਸ਼ਨ ਦਿਸੀ ਜਿੱਥੇ ਉਹ ਨਲੋਕਸੋਲਾਨ ਯੂਜ਼ ਕਰਨ ਦੀ ਲੋੜ ਆ, ਤੇ ਯੂਜ਼ ਕਰ ਸਕਦੇ ਆ। ਸੋ ਸਾਰੇ ਕਮਿਊਨਿਟੀ ਨੂੰ ਇਸ ਗੱਲ ਬਾਰੇ ਪਤਾ ਹੋਣਾ ਚਾਹੀਦਾ ਕਿਸ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ। ਦੂਜੀ ਗੱਲ ਆ ਕਿ ਆਈ ਐਮ ਕਿਊਰੀਅਸ ਟੂ ਨੋ, ਤੇ ਤੁਹਾਡੇ ਵਿਊ ਪੁਆਇੰਟ ਵੀ ਮੈਂ ਸੁਣਨਾ ਚਾਹੁੰਦਾ ਹਾਂ ਕਿ BC ਗਵਰਨਮੈਂਟ ਕਹਿ ਰਹੀ ਹੈ ਕਿ ਅਸੀਂ ਛੋਟੀ ਪੋਜੈਸ਼ਨ ਡਰੱਗਸ ਦੀ ਅਸੀਂ ਡੀਕ੍ਰਿਮੀਨਲਾਈਜ਼ ਕਰਨਾ ਮੰਗਦੇ ਹਾਂ। ਕਹਿਣ ਦਾ ਮਤਲਬ ਹੈ ਕਿ ਜੇ ਤੁਸੀਂ ਇੱਕ ਛੋਟੇ ਹਿੱਸੇ ਡਰੱਗਸ ਦੇ ਨਾਲ ਫੜੇ ਜਾਂਦੇ ਆ ਤੇ ਤੁਹਾਡੇ ਸਰ ਕ੍ਰਿਮੀਨਲ ਚਾਰਜ ਨਹੀਂ ਲੱਗਣੇ। ਸੋ ਬੜੀ ਇੰਟਰਸਟਿੰਗ ਗੱਲ ਆ, ਰਾਈਟ। ਤੇ ਇਹ BC ਗਵਰਨਮੈਂਟ ਦੇ ਨਾਲ ਇਹ ਹੁਣ ਵੱਖਰੇ ਵੱਖਰੇ ਪ੍ਰੋਵਿੰਸ ਸਪਲਾਈ ਕਰ ਰਿਹਾ ਫੈਡਰਲ ਗਵਰਨਮੈਂਟ ਲਈ ਤੇ ਐਸ ਡੀਕ੍ਰਿਮੀਨਲਾਈਜ਼ੇਸ਼ਨ ਵਾਸਤੇ। ਸੋ ਇਹ ਗੱਲ ਹਾਲੇ ਉੱਚੇ ਮੰਜ਼ਿਲਾਂ ਤੱਕ ਪਹੁੰਚਣੀ ਹੈ ਗਵਰਨਮੈਂਟ ਦੇ ਵਿੱਚ, ਜਿੱਥੇ ਡਿਸੀਜਨ ਬਣਾਈ ਜਾਣੀ ਆ।
ਪਰ ਪਬਲਿਕ ਦੇ ਵੱਖਰੇ ਵੱਖਰੇ ਵਿਊ ਪੁਆਇੰਟ ਹੈ ਇਸ ਗੱਲ ਬਾਰੇ। ਇਸੇ ਵਿਊ ਪੁਆਇੰਟਾਂ ਦੇ ਨਾਲ ਹੀ ਪਬਲਿਕ ਨੇ ਬਹੁਤ ਕੁਝ ਕਿਹਾ ਜਦ ਮੈਰੀਜੁਆਨਾ ਨੂੰ ਇਨੀਸ਼ੀਅਲੀ ਲੀਗਲ ਕੀਤਾ ਗਿਆ। ਸੋ ਇਹ ਕਾਫੀ ਵੱਡੀ ਪਬਲਿਕ ਕ੍ਰਾਈਸਿਸ ਇਸ ਸਮੇਂ ਬਣੀ ਹੋਈ ਹੈ ਅਤੇ ਆਪਾਂ ਨੂੰ ਇਹ ਨਜਿੱਠਣ ਵਾਸਤੇ ਬਹੁਤ ਜ਼ਿਆਦਾ ਹੀ ਸਟੈਪ ਚੱਕਣੇ ਪੈਣੇ ਆ ਕਿ ਜਿੱਥੇ ਆਪਾਂ ਬੱਚਿਆਂ ਦਾ ਨਸ਼ਾ ਹਟਾਈਏ ਅਤੇ ਖਾਸ ਕਰਕੇ ਆਪਾਂ ਕਮਿਊਨਿਟੀ ਦੇ ਵਿੱਚ ਕੁਝ ਕਰੀਏ ਜਿੱਥੇ ਆਪਾਂ ਇਹਨਾਂ ਨੂੰ ਐਜੂਕੇਸ਼ਨਲ ਅਵੇਅਰਨੈਸ ਦੇ ਸਕੀਏ। ਜੀ ਕੈਲਤ ਸਾਂਝੀ ਇੱਕ ਗੱਲ ਤਾਂ ਪੱਕੀ ਆ ਕਿ ਲੱਖਾਂ ਲੋਕ ਨੇ ਪੰਜਾਬੀ ਇੱਥੇ ਰਹਿੰਦੇ, ਉਹਨਾਂ ਦੇ ਵਿੱਚੋਂ ਬਹੁਤ ਸਾਰੇ ਨਸ਼ੇ ਦੇ ਨੇੜੇ ਦੀ ਵੀ ਨਹੀਂ ਲੰਘਦੇ, ਪਰ ਜੇ 200 400 500 1000 ਜਾਂ 10,000 ਬੰਦਾ ਵੀ ਹੈਗਾ ਤਾਂ ਬਹੁਤ ਵੱਡਾ ਨੰਬਰ ਹੈ, ਜਿੰਨਾ ਵੀ ਨੰਬਰ ਹੋਵੇ ਮੰਨ ਲਓ। ਸਵਾਲ ਇਹ ਪੈਦਾ ਹੁੰਦਾ ਕਿ ਸਟਾਰਟ ਕਿੱਥੋਂ ਹੁੰਦਾ ਕੰਮ, ਕਿਉਂਕਿ ਇੱਕ ਤਾਂ ਚਲੋ ਇੰਟਰਨੈਸ਼ਨਲ ਸਟੂਡੈਂਟ ਹੋ ਗਏ, ਉਹਨਾਂ ਦੀ ਆਪਾਂ ਦੱਸਦੇ ਕਿ ਫੀਸਾਂ ਦਾ ਰੌਲਾ, ਕੰਮ ਦਾ ਰੌਲਾ, ਰਹਿਣ ਦਾ ਰੌਲਾ, ਨਵਾਂ ਕੰਟਰੀ ਹੈ, ਐਡਜਸਟਮੈਂਟ ਦਾ ਰੌਲਾ ਨਾ ਕਿ ਉਹ ਸਟਰੈਸ ਹੋ ਜਾਂਦੀ ਹੈ ਕਿ ਉਹਦੇ ਵਿੱਚੋਂ ਜੇ ਕੋਈ ਬੱਚਾ ਇੱਧਰ ਉੱਧਰ ਚਲਾ ਗਿਆ। ਪਰ ਬਹੁਤ ਸਾਰੇ ਲੋਕ ਨੇ ਜਿਹੜੇ ਇੱਕ ਇੱਕ ਦੋ ਦੋ ਤਿੰਨ ਤਿੰਨ ਨੌਕਰੀਆਂ ਕਰਦੇ ਆ, ਸਰੀਰ ਭੱਜ ਟੁੱਟ ਜਾਂਦਾ ਹੋ, ਜਾਣੀ ਸਟਾਰਟਿੰਗ ਪੁਆਇੰਟ ਕਈ ਵਾਰੀ ਨਾ ਚਾਹੁੰਦੇ ਆ ਵੀ ਕਿੱਥੋਂ ਹੋ ਸਕਦਾ, ਕੋਈ ਇਦਾਂ ਦੀ ਜੇ ਗੱਲ ਦੱਸਣੀ ਚਾਹੂੰ। ਹਾਂ, ਦੋ ਸਟਾਰਟਿੰਗ ਪੁਆਇੰਟ ਆ ਜੀ। ਪਹਿਲੀ ਗੱਲ ਇਹ ਆ ਕਿ ਇਟਸ ਕਾਲਡ ਸੈਲਫ ਪ੍ਰਿਸਕ੍ਰਿਪਸ਼ਨ ਆਫ ਸਬਸਟੈਂਸ ਅਬਿਊਜ਼, ਕਿ ਮੈਂਟਲ ਹੈਲਥ ਨਾਲ ਡੀਲ ਕਰਨ ਵਾਸਤੇ ਜੇ ਕਿਸੇ ਨੂੰ ਕੋਈ ਬਾਈਪੋਲਰ ਡਿਜ਼ੀਜ਼ ਹੋਵੇ, ਸਕਿਜ਼ੋਫਰੇਨੀਆ ਹੋਵੇ, ਡਿਪਰੈਸ਼ਨ ਹੋਵੇ, ਐਂਗਜ਼ਾਇਟੀ ਹੋਵੇ, ਵੱਖਰੇ ਵੱਖਰੇ ਤਰ੍ਹਾਂ ਦੇ ਡਿਸਆਰਡਰ ਆ, ਅਤੇ ਉਹਨਾਂ ਡੀਲ ਕਰਨ ਵਾਸਤੇ ਐਲਕੋਹਲ ਜਾਂ ਡਰੱਗਸ ਇਹ ਕਾਮਨਲੀ ਯੂਜ਼ ਕੀਤੇ ਜਾਂਦੇ ਆ ਉਸ ਪੇਨ ਨੂੰ ਨਜਿੱਠਣ ਵਾਸਤੇ, ਕਿਉਂਕਿ ਉਹਨਾਂ ਨੂੰ ਇਸ ਗੱਲ ਬਾਰੇ ਅਕਲ ਨਹੀਂ ਹੁੰਦੀ ਕਿ ਇਹ ਐਡਿਕਸ਼ਨ ਕਿੰਨੀ ਛੇਤੀ ਵੱਧ ਸਕਦੀ ਹੈ। ਦੂਜਾ ਪਾਸਾ ਇਹ ਜਿਹੜਾ ਕੁਐਸਚਨ ਦਾ ਹੈਗਾ ਆ ਕਿ ਸਮ ਫਾਰਮ ਆਫ ਪੇਨ ਔਰ ਇੰਜਰੀ। ਸੋ ਹੁਣ ਜੇ ਕੰਸਟਰਕਸ਼ਨ ਇੰਡਸਟਰੀ ਦੇ ਵਿੱਚ ਦੇਖਿਆ ਜਾਵੇ, ਹੁਣ ਆਪਾਂ ਸਟੂਡੈਂਟਸ ਬਾਰੇ ਗੱਲ ਕਰਦੇ ਹਾਂ ਜਿਹੜੇ ਕਈ ਵਾਰੀ ਹਾਰਡ ਲੇਬਰ ਕਰਦੇ ਆ, ਰੂਫਿੰਗ ਕਰਦੇ ਆ, ਸਟੱਕੋ, ਡਰਾਈਵਾਲ ਜਾਂ ਵੱਖਰੇ ਵੱਖਰੇ ਇਸ ਤਰ੍ਹਾਂ ਦੇ ਹਾਰਡ ਲੇਬਰ ਆ, ਅਤੇ ਜੇ ਇੰਜਰੀ ਹੋ ਜਾਵੇ ਤਾਂ ਕਈ ਵਾਰੀ ਡਾਕਟਰ ਪ੍ਰਸਕ੍ਰਾਈਬ ਕਰ ਦਿੰਦੇ ਆ ਦੋ ਬੇਸਿਕ ਡਰੱਗ, ਆਕਸੀਕਾਰਨ ਔਰ ਪਰਕੋਸੈਟਸ। ਆਕਸੀਕਾਰਨ, ਪਰਕੋਸੈਟਸ, ਟਾਈਨੋਲ 3 ਇਹ ਜਿਹੜੇ 3 ਪੇਨ ਕਿਲਰ ਡਰੱਗ ਆ, ਆਪਾਂ ਜਦ ਜਿਸ ਸਮੇਂ ਡਾਕਟਰ ਪ੍ਰਸਕ੍ਰਾਈਬ ਕਰਦੇ ਆ ਉਹਨਾਂ ਦੀ ਪ੍ਰਸਕ੍ਰਿਪਸ਼ਨ ਡੇਟ ਹੁੰਦੀ ਆ ਕਿ ਤੁਸੀਂ ਵੱਧ ਤੋਂ ਵੱਧ ਇੰਨੇ ਹੀ ਖਾਣੇ ਆ, ਦੈਟਸ ਇਟ। ਕਿਉਂਕਿ ਉਹਨਾਂ ਨੂੰ ਵੀ ਪਤਾ ਆ ਇਹਦੇ ਨਾਲ ਐਡਿਕਸ਼ਨ ਹੋ ਸਕਦੀ ਹੈ, ਅਤੇ ਜਿਹੜੇ ਆਕਸੀਕਾਰਨ, ਪਰਕੋਸੈਟਸ ਅਤੇ ਟਾਈਨੋਲ 3 ਦੀ ਐਡਿਕਸ਼ਨ 'ਤੇ ਲੱਗ ਜਾਂਦੇ ਆ, ਕਹਿਣ ਦਾ ਮਤਲਬ ਇੰਜਰੀ ਵੀ ਮੁੱਕ ਜਾਂਦੀ ਹੈ, ਪੇਨ ਵੀ ਮੁੱਕ ਜਾਂਦਾ, ਪਰ ਦੇ ਕੰਟੀਨਿਊ। ਫਿਰ ਉਹ ਗ੍ਰੈਜੂਏਟ ਕਰਦੇ ਆ, ਗ੍ਰੈਜੂਏਟ ਕਹਿਣ ਦਾ ਮਤਲਬ ਕੋਕੇਨ, ਹੈਰੋਇਨ, ਅਗਲੇ ਲੈਵਲ ਤੇ ਚੱਲ ਜਾਂਦੇ ਆ। ਸੋ ਇਸ ਤਰ੍ਹਾਂ ਐਡਿਕਸ਼ਨ ਵੱਧਦੀ ਉਸ ਪੁਆਇੰਟ ਤੱਕ ਪਹੁੰਚ ਜਾਂਦੇ ਆ। ਡਾਊਨਟਾਊਨ ਈਸਟ ਸਾਈਡ ਦੇ ਵਿੱਚ ਮੈਂ ਤੁਹਾਨੂੰ 36,000 ਐਗਜ਼ਾਮਪਲ ਦਿਖਾ ਸਕਦਾ ਹਾਂ ਕਿ ਜਿਨ੍ਹਾਂ ਨੇ ਐਗਜ਼ੈਕਟਲੀ ਇਹ ਕਿਹਾ ਕਿ ਸਾਡੀ ਸਰਜਰੀ ਹੋਈ ਸੀ ਜਾਂ ਕੋਈ ਸਾਨੂੰ ਇੰਜਰੀ ਲੱਗੀ ਸੀ ਜਾਂ ਕੁਝ ਹੋਇਆ ਸੀ ਜਿਸ ਕਰਕੇ ਸਾਨੂੰ ਇਹ ਬੇਸਿਕ ਪੇਨ ਮੈਡੀਕੇਸ਼ਨ ਦਿੱਤੀ ਗਈ ਸੀ, ਉਸ ਪੇਨ ਮੈਡੀਕੇਸ਼ਨ ਤੋਂ ਹੀ ਫਿਰ ਅਸੀਂ ਇਹ ਵੱਖਰੇ ਡਰੱਗ ਐਡਿਕਸ਼ਨ ਉੱਤੇ ਲੱਗ ਗਏ। ਠੀਕ ਹੈ ਜੀ। ਅੱਛਾ ਕੈਲਤ ਸਾਂਝੀ ਇੱਕ ਗੱਲ ਦੱਸਿਓ, ਮੀਡੀਆ ਦੇ ਵਿੱਚ ਚਰਚਾ ਚੱਲਦੀ ਰਹਿੰਦੀ ਹੈ ਕਿ ਡਰੱਗ ਓਵਰਡੋਜ਼ ਦੇ ਕਰਕੇ ਮੌਤਾਂ ਹੋ ਰਹੀਆਂ, ਵੱਡੀ ਸਮੱਸਿਆ ਬਣ ਗਈ ਭਾਈਚਾਰੇ ਦੇ ਵਿੱਚ, ਕਿਉਂਕਿ ਅਸੀਂ ਖੁੱਲ੍ਹ ਕੇ ਗੱਲ ਨਹੀਂ ਕਰਦੇ ਹੁੰਦੇ, ਜੇ ਸਾਡੇ ਘਰੇ ਸਮੱਸਿਆ ਹੋਵੇ ਅਸੀਂ ਗੁਆਂਢੀ ਨੂੰ ਨਹੀਂ ਦੱਸਣਾ ਚਾਹੁੰਦੇ, ਇਹ ਬੜੀ ਵੱਡੀ ਸਮੱਸਿਆ ਹੈ। ਆਫ ਕੋਰਸ। ਅਤੇ ਤੀਸਰੀ ਗੱਲ ਕਿ ਕੀ ਸਰਕਾਰੀ ਆਫਿਸਸ ਤੁਹਾਡੇ ਡਿਪਾਰਟਮੈਂਟ ਦੇ ਵਿੱਚ ਵੀ ਇਸ ਮੁੱਦੇ 'ਤੇ ਚਰਚਾ ਚੱਲਦੀ ਹੈ ਕਿ ਇਹਦੇ ਨਾਲ ਨਜਿੱਠਣਾ ਕਿੱਦਾਂ, ਕਿਉਂਕਿ ਜੇ ਮੰਨ ਲਓ ਕਿ ਪ੍ਰੈਫਰੈਂਸ ਹੋਵੇ ਕਿ ਆਹ 4-5 ਇਸ਼ੂ ਨੇ, ਉਹ 4-5 ਇਸ਼ੂਜ਼ ਦੇ ਵਿੱਚ ਕੀ ਡਰੱਗ ਦਾ ਇਸ਼ੂ ਵੀ ਆ ਰਿਹਾ ਹੈ ਕਿ ਅਜੇ ਉਹਨੂੰ ਸਰਕਾਰ ਉਨੀ ਗੰਭੀਰਤਾ ਨਾਲ ਨਹੀਂ ਲੈ ਰਹੀ? ਸਰਕਾਰ ਲੈ ਰਹੀ ਹੈ ਯਾਰ, ਕਿਉਂਕਿ ਹੁਣ ਆਈ ਥਿੰਕ ਇਹ ਸਰਕਾਰ ਵੀ ਹੁਣ ਇਸ ਗੱਲ ਨੂੰ ਰੈਕਗਨਾਈਜ਼ ਕਰਨ ਲੱਗ ਪਈ ਫੈਡਰਲ ਅਤੇ ਪ੍ਰੋਵਿੰਸ਼ਲ ਅਤੇ ਸਿਵਿਕ ਲੈਵਲ 'ਤੇ ਵੀ ਕਿ ਇਟਸ ਅ ਮੇਜਰ ਕ੍ਰਾਈਸਿਸ। ਕਹਿਣ ਦਾ ਮਤਲਬ ਇਹ ਆ ਕਿ ਹੁਣ ਆਪਾਂ ਰੋਜ਼ ਟੀ ਵੀ ਉੱਤੇ ਕੋਵਿਡ ਕਰਦੇ ਹਾਂ, ਜਾਂ ਨਿਊਜ਼ਪੇਪਰਾਂ ਦੇ ਵਿੱਚ ਕੋਈ ਸਟੋਰੀ ਪੜ੍ਹਦੇ ਹਾਂ, ਜਾਂ ਕਿਤੇ ਵੀ ਪਾਸੇ ਪੜ੍ਹਦੇ ਹਾਂ, ਟਵਿੱਟਰ ਫੀਡ ਵੀ ਹੁੰਦਾ ਹੈ, ਸਿਰਫ ਕੋਵਿਡ ਬਾਰੇ ਗੱਲ ਹੋ ਰਹੀ ਹੈ। ਅਸਲੀ ਮੈਡੀਕਲ ਐਮਰਜੈਂਸੀ ਇਹੀ ਆ, ਰਾਈਟ, ਜਿਹੜੀ ਡਰੱਗ ਐਡਿਕਸ਼ਨ ਦੀ ਆ ਅਤੇ ਡਰੱਗ ਓਵਰਡੋਜ਼ ਜਿਹੜੇ ਹੋ ਰਹੇ ਆ। ਤੁਹਾਡੀ ਗੱਲ ਬਿਲਕੁਲ ਸਹੀ ਹੈ। ਜਿਸ ਸੀਰੀਅਸਨੈਸ ਦੇ ਨਾਲ ਆਪਾਂ ਨੂੰ ਇਹ ਗੱਲ ਨੂੰ ਲੈਣਾ ਚਾਹੀਦਾ ਹੈ, ਇਹ ਸਾਰੇ ਲੈਵਲਾਂ ਤੱਕ ਇਹ ਸੀਰੀਅਸਨੈਸ ਹੋਣੀ ਚਾਹੀਦੀ ਆ। ਅਤੇ ਹੁਣ ਜੇ ਪੁਲਿਸ ਡਿਪਾਰਟਮੈਂਟ ਦੀ ਗੱਲ ਕਰਦੇ ਹਾਂ, ਅਸੀਂ ਆਪਣੀ ਰਿਸਪੌਂਸਿਬਿਲਿਟੀ ਅਤੇ ਫਰਜ਼ ਨੂੰ ਚੰਗੀ ਤਰ੍ਹਾਂ ਅੰਡਰਸਟੈਂਡ ਕਰਦੇ ਹਾਂ, ਪਰ ਇਕੱਲੀ ਏਜੰਸੀ ਜਾਂ ਇਕੱਲਾ ਡਿਪਾਰਟਮੈਂਟ ਸਾਰਾ ਕੁਛ ਨਹੀਂ ਕਰ ਸਕਦਾ, ਇਹ ਸਾਰਿਆਂ ਦੀ ਕੋਆਪਰੇਸ਼ਨ ਦੀ ਲੋੜ ਪੈਂਦੀ ਹੈ। ਸੋ ਦੈਟਸ ਗਵਰਨਮੈਂਟਸ, ਸਕੂਲ ਇੰਸਟੀਟਿਊਸ਼ਨਸ, ਪੁਲਿਸ ਏਜੰਸੀਜ਼, ਜਿਹੜੇ ਵੱਖਰੇ ਏਜੰਸੀਜ਼ ਨਾਨ ਪ੍ਰੋਫਿਟ ਕਮਿਊਨਿਟੀ ਦੇ ਵਿੱਚ ਬਣੇ ਹੋਏ ਆ, ਐਵਰੀਬਾਡੀ ਨੀਡਸ ਟੂ ਵਰਕ ਟੁਗੇਦਰ। ਕਹਿਣ ਦਾ ਮਤਲਬ ਇੱਕ ਮੁੱਠ ਬਣ ਕੇ ਮੋਢੇ ਨਾਲ ਮੋਢਾ ਜੋੜ ਕੇ ਆਪਣੀ ਸੋਚ ਇੱਕ ਹੋਣੀ ਚਾਹੀਦੀ ਆ ਕਿ ਅਸੀਂ ਆਪਣੇ ਸਪੈਸ਼ਲਟੀ ਵਿੱਚੋਂ ਕੀ ਲੈ ਕੇ ਆ ਸਕਦੇ ਹਾਂ ਜਿਸ ਦੇ ਨਾਲ ਇਹ ਸਿਚੁਏਸ਼ਨ ਨੂੰ ਨਜਿੱਠ ਕੀਤਾ ਜਾਵੇ। ਅੱਛਾ, ਓਵਰਆਲ ਜੇ ਮੈਂ ਇੱਕ ਜਾਣਕਾਰੀ ਲੈਣੀ ਚਾਹਾਂ ਕਿ ਇਕੱਲੀ BC ਦੀ ਪ੍ਰੋਬਲਮ ਆ ਕਿ ਸਾਰੇ ਪਾਸੇ ਹੈਗੀ, ਕਿਤੇ ਥੋੜ੍ਹੀ ਕਿਤੇ ਬਹੁਤੀ? ਹਾਂਜੀ, ਸੋ ਅੰਟੇਰੀਓ ਦੇ ਵਿੱਚ ਉਹੀ ਜਿਹੜਾ 2021 ਦੇ ਸਟੈਟਸ ਮੈਂ ਤੁਹਾਨੂੰ ਦੱਸੇ ਸੀ ਕਿ 1780 ਇੱਥੇ 2021 ਦੇ ਵਿੱਚ ਮਰਿਆ। ਟੋਰਾਂਟੋ, ਇਕੱਲੀ ਟੋਰਾਂਟੋ ਦੇ ਵਿੱਚ, ਮੈਂ ਅੰਟੇਰੀਓ ਬਾਰੇ ਨਹੀਂ ਗੱਲ ਕਰ ਰਿਹਾ, ਇਕੱਲੇ ਟੋਰਾਂਟੋ ਦੇ ਵਿੱਚ ਹੀ ਤਕਰੀਬਨ 600 ਇਕੱਲੇ 2021 ਦੇ ਵਿੱਚ। ਵੱਡਾ ਨੰਬਰ ਹੈ, ਬਹੁਤ ਜ਼ਿਆਦਾ ਵੱਡਾ ਨੰਬਰ ਹੈ, ਅਤੇ ਹਾਲੇ ਸਾਰੇ ਅੰਟੇਰੀਓ ਦੇ ਸਟੈਟਸ ਨਹੀਂ, ਇਕੱਲੇ ਟੋਰਾਂਟੋ ਦੇ ਆ ਜੀ। ਅੱਛਾ, ਇੱਕ ਮੈਨੂੰ ਹੋਰ ਥੋੜ੍ਹੀ ਜਿਹੀ ਦੱਸਣ ਦੀ ਕੋਸ਼ਿਸ਼ ਕਰਿਓ ਕਿ ਇਹ ਜਿੰਨੀ ਵੀ ਆਪਾਂ ਗੱਲ ਕੀਤੀ ਹੈ, ਇਹ ਗੱਲ ਕੀਤੀ ਹੈ ਬਚਣ ਦੇ ਲਈ ਕਿ
'ਚ ਇੰਟਰਨੈਸ਼ਨਲ ਸਟੂਡੈਂਟ ਆ ਰਿਹਾ ਤੇ ਉਹ ਮੈਂਟਲੀ ਪ੍ਰਪੇਅਰ ਚਾਹੀਦਾ ਕਿ ਆਹ ਚੀਜ਼ਾਂ, ਕੰਮ ਦਾ ਵੀ ਰੌਲਾ ਪੈਣਾ, ਕਈ ਵਾਰੀ ਕੰਮ ਉੱਥੇ ਕੀਤਾ ਹੀ ਨਹੀਂ ਹੁੰਦਾ, ਕੰਮ ਕਈ ਵਾਰੀ ਲੱਭਦਾ ਨਹੀਂ, ਕਈ ਵਾਰੀ ਕੰਮ ਦੇ ਉੱਤੇ ਸਿਚੁਏਸ਼ਨ ਇੱਦਾਂ ਦੀ ਪੈਦਾ ਹੋ ਜਾਂਦੀ ਕਿ ਬੰਦਾ ਮੈਂਟਲੀ ਸਟ੍ਰੈਸ 'ਚ ਆ ਜਾਂਦਾ ਕਿ ਆਪਾਂ ਨਸ਼ੇ ਵੱਲ ਤੁਰਨਾ ਨਹੀਂ। ਦੂਸਰੇ ਪਾਸੇ ਇੱਥੋਂ ਦੇ ਲੋਕ ਜਿਹੜੇ ਨੇ ਬੱਚਿਆਂ ਦੇ ਨਾਲ ਕਮਿਊਨੀਕੇਟ ਕਿੱਦਾਂ ਦਾ ਹੋਵੇ, ਆਪਾਂ ਬੱਚਿਆਂ ਦੇ ਨਾਲ ਕਿੰਨਾ ਕੁ ਰਹਿਣਾ ਹੈ ਆਪਸ ਦੇ ਵਿੱਚ ਕਿ ਉਧਰਲੇ ਪਾਸੇ ਨੂੰ ਨਾ ਜਾਣ। ਤੀਸਰੀ ਗੱਲ ਕਿ ਜੇ ਕੋਈ ਫਸ ਗਿਆ ਹੀ, ਜੇ ਕੋਈ ਆਪਣੇ ਪ੍ਰੋਗਰਾਮ ਦੇਖਣ ਤੋਂ ਪਹਿਲਾਂ ਡਰੱਗ ਵਾਲਾ ਮਸਲਾ ਉਹਨੇ ਸ਼ੁਰੂ ਕਰ ਲਿਆ, ਕਿਡਸ ਪਲੇ ਫਾਊਂਡੇਸ਼ਨ ਦੇ CEO ਹੋਣ ਦੇ ਨਾਤੇ, ਕਿਉਂਕਿ ਮੈਂ ਤੁਹਾਡੇ ਕਈ ਪ੍ਰੋਗਰਾਮਾਂ ਦੇ ਵਿੱਚ ਕਈ ਪਿੱਛੇ ਬੈਠ ਕੇ ਕਿ ਅੱਗੇ ਬੈਠ ਕੇ ਦੇਖਦਾ ਰਿਹਾ, ਕੀ ਇਹ ਸੰਭਵ ਹੈ ਕਿ ਨਸ਼ਾ ਛੱਡਿਆ ਜਾ ਸਕਦਾ ਜੇ ਕੋਈ ਚਾਹੇ? ਬਿਲਕੁਲ ਸੰਭਵ ਹੈ। ਆਈ ਮੀਨ ਹੁਣ ਬਾਠ ਸਾਹਿਬ, ਜੇ ਮੈਂ ਤੁਹਾਨੂੰ ਉਹਨਾਂ ਦੀਆਂ ਸਟੋਰੀਆਂ ਦੱਸਾਂ ਜਿਹੜੇ ਸਾਡੇ ਕਿਡਸ ਪਲੇ ਸੰਸਥਾ ਨਾਲ ਇਸ ਸਮੇਂ ਜੁੜੇ ਹੋਏ ਆ, ਇਹ ਵੱਡੇ ਤੋਂ ਵੱਡੇ ਪੱਧਰ ਤੇ ਗੈਂਗਸਟਰ ਹੁੰਦੇ ਸੀ। ਇਕੱਲੇ ਗੈਂਗਸਟਰ ਨਹੀਂ, ਨਸ਼ੇੜੀ ਵੀ ਸੀ, ਡਰੱਗ ਡੀਲਰ ਸੀ, ਇਹਨਾਂ ਨੂੰ ਡਰੱਗ ਐਡਿਕਸ਼ਨ ਵੀ ਲੱਗੀ ਹੋਈ ਸੀ। ਆਪ ਹੀ ਆਪਣੀਆਂ ਸਟੋਰੀਆਂ ਦੱਸਦੇ ਆ। ਹੁਣ ਸਟੈਨ ਪ੍ਰਾਈਸ, ਜਿਹੜਾ ਸਭ ਤੋਂ ਵੱਡਾ ਡਰੱਗ ਡੀਲਰ ਇੱਥੇ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਲੱਗਾ ਹੁੰਦਾ ਸੀ ਰੈਡ ਅਲਰਟ ਗੈਂਗ ਦੇ ਨਾਲ, ਉਹ ਸਾਰਾ ਕੁਝ ਛੱਡ ਕੇ ਤੇ ਹੁਣ ਸਾਡੇ ਸੰਸਥਾ ਨਾਲ ਜੁੜਿਆ ਹੋਇਆ ਹੈ ਤੇ ਕਲੀਨਿਕਲ ਕਾਉਂਸਲਰ ਲੱਗਾ ਹੋਇਆ ਫੀਨਿਕਸ ਰਿਕਵਰੀ ਸੈਂਟਰ ਦੇ ਨਾਲ। ਇਸ ਵੇਲੇ ਜਿਹੜੇ ਡਰੱਗ ਉੱਤੇ ਲੱਗੇ ਹੋਏ ਆ, ਜਿਹੜੇ ਨਸ਼ੇੜੀ ਆ, ਉਹਨਾਂ ਦਾ ਡਰੱਗ ਹਟਾ ਰਿਹਾ ਆ। ਤੇ ਆਪ ਹੀ ਸਟੋਰੀ ਦੱਸਦਾ, ਕਹਿੰਦਾ ਮੇਰੀ ਡਰੱਗ ਐਡਿਕਸ਼ਨ ਇੰਨੀ ਮਾੜੀ ਹੋ ਗਈ ਸੀ ਇੱਕ ਸਮੇਂ, ਕਹਿੰਦਾ ਕਿ ਇੱਕ ਹਫ਼ਤਾ ਮੈਨੂੰ ਸੁਰਤ ਨਹੀਂ ਆਈ। ਮੈਂ ਆਪਣੇ ਮਾਪਿਆਂ ਦੇ ਘਰ ਪਹੁੰਚ ਗਿਆ ਸੀ ਤੇ ਮੈਂ ਉਹਨਾਂ ਨੂੰ ਇਹੀ ਕਿਹਾ ਕਿ ਮੈਨੂੰ ਬਚਾ ਲਓ। ਕਹਿੰਦਾ ਕਿ ਮੇਰੀ ਸਰੀਰ ਨੂੰ ਇੰਨੀ ਟੁੱਟ ਪਈ, ਕਹਿੰਦਾ ਉਹ ਇੱਕ ਹਫ਼ਤਾ ਮੈਂ ਬੈੱਡ ਤੋਂ ਨਹੀਂ ਹਿੱਲਿਆ ਤੇ ਕਹਿੰਦਾ ਮੈਨੂੰ ਪਤਾ ਮੇਰੇ ਉੱਤੇ ਕੀ ਬੀਤੀ। ਤੇ ਕਹਿੰਦਾ ਕਿ ਪਰ ਇਹ ਇੱਦਾਂ ਹੀ ਛੁੱਟਦੀ ਆ, ਬਹੁਤ ਜ਼ਿਆਦਾ ਹੀ ਬਾਡੀ ਨੂੰ ਪੇਨ ਮਹਿਸੂਸ ਕਰਨਾ ਪੈਂਦਾ ਆ ਜਦ ਤੱਕ ਉਹ ਐਡਿਕਸ਼ਨ ਤੁਹਾਡੀ ਬਾਡੀ ਨੂੰ ਲੀਵ ਨਹੀਂ ਹੋ ਜਾਂਦੀ। ਇਹ ਬਿਲਕੁਲ ਬਿਮਾਰੀ ਆ। ਉਹ ਕਹਿੰਦਾ ਹੈ ਕਿ ਇਹ ਬਿਮਾਰੀ ਦੇ ਤੌਰ 'ਤੇ ਆਪਾਂ ਨੂੰ ਟਰੀਟ ਕਰਨਾ ਚਾਹੀਦਾ ਹੈ। ਕਮਿਊਨਿਟੀ ਦੇ ਵਿੱਚ ਅਨਫੋਰਚੂਨਟਲੀ, ਖਾਸ ਕਰਕੇ ਪੰਜਾਬੀ ਕਮਿਊਨਿਟੀ ਦੇ ਵਿੱਚ ਆਪਾਂ ਉਂਗਲ ਉਠਾਉਣ ਨੂੰ ਬਹੁਤ ਤੇਜ਼ ਆ ਕਿ ਇਹ ਇਹਨਾਂ ਦੀ ਮਰਜ਼ੀ ਆ, ਮਰਜ਼ੀ ਅਨੁਸਾਰ ਇਹ ਸਾਰਾ ਕੁਝ ਕਰ ਰਿਹਾ। ਹਾਂ, ਆਪਾਂ ਕਹਿ ਸਕਦੇ ਹਾਂ ਕਿ ਇਹ ਗੱਲ ਸੱਚ ਆ ਕਿ ਮਰਜ਼ੀ ਅਨੁਸਾਰ ਉਹਨਾਂ ਨੇ ਕੰਮ ਸ਼ੁਰੂ ਕੀਤਾ, ਪਰ ਮਰਜ਼ੀ ਅਨੁਸਾਰ ਹੁਣ ਕੰਟੀਨਿਊ ਨਹੀਂ ਕਰ ਰਹੇ ਕਿਉਂਕਿ ਉਹ ਬ੍ਰੇਨ ਦਾ ਜਿਹੜਾ ਕੈਮੀਕਲ ਡਿਪੈਂਡੈਂਸੀ ਬਣ ਜਾਂਦੀ ਆ, ਬਾਇਓਲੋਜੀਕਲੀ ਆ, ਕਹਿਣ ਦਾ ਮਤਲਬ ਕਿ ਐਡਿਕਸ਼ਨ ਹੈ। ਹੁਣ ਮਜਬੂਰ ਹੋ ਗਏ, ਉਹ ਮਜਬੂਰ ਹੋ ਗਏ ਜੀ। ਸੋ ਇਹ ਜਿਹੜੀ ਮਜਬੂਰੀ ਹੈ, ਆਪਾਂ ਨੂੰ ਇੱਕ ਡਰੱਗ ਡਿਜ਼ੀਜ਼, ਇੱਕ ਡਿਜ਼ੀਜ਼ ਦੇ ਤੌਰ 'ਤੇ ਟਰੀਟ ਕਰਨਾ ਚਾਹੀਦਾ ਹੈ। ਤੇ ਇਹ ਜਿਨ੍ਹਾਂ ਨੂੰ ਹੈਲਪ ਆ, ਉਹਨਾਂ ਦੀ ਹੈਲਪ ਵਾਸਤੇ ਆਪਾਂ ਨੂੰ ਉੱਥੇ ਇਹਨਾਂ ਵਾਸਤੇ ਸਪੋਰਟ ਰਿਸੋਰਸਿਸ ਤੇ ਐਮਿਨਿਟੀਜ਼ ਤਿਆਰ ਰੱਖਣੀਆਂ ਚਾਹੀਦੀਆਂ ਆ, ਜਿਨ੍ਹਾਂ ਦੇ ਨਾਲ ਆਪਾਂ ਇਹਨਾਂ ਦਾ ਡਰੱਗ ਹਟਾ ਸਕੀਏ। ਅੱਛਾ ਕਹਿਲ ਦਸਾਂ ਜੀ, 23 ਸਾਲਾਂ ਦਾ ਤੁਹਾਡਾ ਪੁਲਿਸ ਆਫੀਸਰ ਦੇ ਤੌਰ ਦੇ ਉੱਤੇ ਜਿਹੜਾ ਸਫ਼ਰ ਹੈ, ਉਹਦੇ ਵਿੱਚੋਂ ਕੀ ਕਦੇ ਇਦਾਂ ਦੀ ਕਹਾਣੀ ਕੋਈ ਨਿਕਲ ਕੇ ਸਾਹਮਣੇ ਆਈ ਹੋਵੇ ਕਿ ਕੋਈ ਵੀ ABC ਬੰਦਾ ਜਿਹੜਾ ਉਹ ਡਰੱਗ ਦੇ ਮਸਲੇ 'ਚ ਪਹਿਲਾਂ ਡਰੱਗ ਐਡਿਕਟ ਹੁੰਦਾ ਹੈ, ਫਿਰ ਮੁੜ ਕੇ ਹੋ ਸਕਦਾ ਕਿ ਪੈਸੇ ਨਾ ਹੋਣ, ਜੇ ਨਾ ਹੋਣ, ਉਹਨੂੰ ਫਿਰ ਵੇਚਣ ਵੀ ਲਾ ਦਿੱਤਾ ਜਾਂਦਾ? 100%। ਇਹ ਦੋ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਆ। ਤੇ ਡਰੱਗ ਡਾਊਨਟਾਊਨ ਈਸਟ ਸਾਈਡ ਦੇ ਵਿੱਚ ਇਹ ਬਹੁਤ ਕਾਮਨ ਚੀਜ਼ ਹੈ। ਜਿਹੜਾ ਹੁਣ ਸਟੈਨ ਪ੍ਰਾਈਸ ਹੈ, ਜਿਹਦੇ ਬਾਰੇ ਹੁਣ ਮੈਂ ਗੱਲ ਕਰਕੇ ਹਟਿਆ, ਜਿਸ ਸਮੇਂ ਇਹ ਸੁਪਰਵਾਈਜ਼ ਕਰਦਾ ਹੁੰਦਾ ਸੀ ਜਿਹੜੇ ਇਹਦੇ ਡਰੱਗ ਟ੍ਰਾਂਜੈਕਸ਼ਨ ਹੋ ਰਹੇ ਸੀ, ਤੇ ਆਪ ਹੀ ਕਹਿੰਦਾ ਆ ਕਿ ਜਿਹੜੇ ਨਸ਼ੇੜੀ ਸੀ, ਅਸੀਂ ਉਹਨਾਂ ਨੂੰ ਬਹੁਤ ਜ਼ਿਆਦਾ ਯੂਜ਼ ਕੀਤਾ, ਉਹਨਾਂ ਦਾ ਨਿਚੋੜ ਕੱਢਿਆ। ਕਹਿਣ ਦਾ ਮਤਲਬ ਇਹ ਆ ਕਿ ਅਸੀਂ ਉਹਨਾਂ ਨੂੰ ਇਹੀ ਕਹਿ ਦਈਦਾ ਸੀ, ਸਾਡੇ ਡਰੱਗ ਵੇਚ, ਐਂਡ ਆਫ ਦ ਡੇ ਤੇ ਜੋ ਕੁਛ ਬਣਿਆ ਉਹ ਸਾਡੇ ਹੱਥ ਫੜਾਉਣਾ, ਉਹਦੇ ਵਿੱਚੋਂ ਅਸੀਂ ਤੈਨੂੰ ਥੋੜ੍ਹਾ ਜਿਹਾ ਡਰੱਗ ਵਾਪਸ ਦਵਾਂਗੇ। ਸੋ ਉਹਨਾਂ ਦੀ ਪੇਮੈਂਟ ਹੀ ਉਹ ਡਰੱਗ ਹੁੰਦੀ ਸੀ। ਉਹਨਾਂ ਦਾ ਦਿਨ ਨਿਕਲ ਜਾਊਗਾ। ਸਾਰਾ ਦਿਨ ਉਹ ਆਪਣਾ ਡਰੱਗ ਵੇਚਦੇ ਸੀ, ਡਰੱਗ ਵੇਚ ਕੇ ਤੇ ਜਿਹੜੇ ਪੈਸੇ ਸੀ ਆ ਕੇ ਸਟੈਨ ਦੇ ਹੱਥ ਫੜਾ ਦਿੰਦੇ ਸੀ, ਤੇ ਸਟੈਨ ਜਿਹੜਾ ਥੋੜ੍ਹਾ ਜਿਹਾ ਡਰੱਗ ਐਂਡ ਡੇ ਬਚਿਆ ਹੁੰਦਾ ਸੀ ਤੇ ਉਹ ਇਹਨਾਂ ਨੂੰ ਫੜਾ ਦਿੰਦੇ ਸੀ ਐਜ਼ ਪੇਮੈਂਟ, ਜਿਹੜਾ ਉਹਨਾਂ ਨੇ ਸਾਰਾ ਦਿਨ ਡਰੱਗ ਵੇਚਿਆ। ਤੇ ਦੂਜੀ ਗੱਲ ਇਹ ਯਾਰ ਕਿ ਇਹ ਜਿਹੜੀ ਸਮੱਸਿਆ ਆ, ਜਿੱਥੇ ਤੱਕ ਹੁਣ ਇਹ ਪਹੁੰਚੀ ਹੋਈ ਆ, ਇਹ ਡਰੱਗ ਹਟਾਉਣਾ ਇਟਸ ਪੋਸੀਬਲ। ਪਰ ਤੁਹਾਡੀ ਗੱਲ ਬਿਲਕੁਲ ਸਹੀ ਹੈ ਕਿ ਜਿਹੜਾ ਬੰਦਾ ਇਹਨੇ ਨਸ਼ਾ ਖਾਧਾ ਹੋਵੇ, ਉਹ ਕੁਛ ਵੀ ਕਰਨ ਲਈ ਤਿਆਰ ਹੁੰਦਾ ਹੈ। ਸੋ ਮੈਂ ਗੈਰੀ ਦੀ ਗੱਲ ਯੂਜ਼ ਕਰਨਾ ਮੰਗਦਾ ਹਾਂ। ਗੈਰੀ ਸਾਡੇ ਆਰਗੇਨਾਈਜੇਸ਼ਨ ਦੇ ਨਾਲ ਇੱਕ ਸਪੀਕਰ ਆ, ਤੇ ਇੱਥੇ ਰਿਕਵਰੀ ਸੈਂਟਰ ਵਿੱਚ ਵੀ ਇੱਕ ਕਾਉਂਸਲਰ ਹੁਣ ਇਸ ਸਮੇਂ ਲੱਗਾ ਹੋਇਆ ਹੈ। ਕਾਫੀ ਸਾਲ ਹੋ ਗਏ ਹੁਣ ਉਹਨੇ ਆਪਣੇ ਡਰੱਗ ਛੱਡੇ ਨੂੰ ਜੀ। ਤੇ ਗੈਰੀ ਆਪ ਹੀ ਸਟੋਰੀ ਦੱਸਦਾ ਆ। ਤੇ ਗੈਰੀ ਪੰਜਾਬ ਵਿੱਚ ਹੀ ਪੈਦਾ ਹੋਇਆ ਸੀ, ਤੇ ਉੱਥੇ ਉਹਦਾ ਜੰਪਲ ਸੀ, ਤੇ ਕਾਫੀ ਲੇਟ ਏਜ 'ਤੇ ਇੱਥੇ ਆਇਆ। ਪਰ ਕਹਿੰਦਾ ਜਦ ਇੱਥੇ ਆਇਆ, ਕਾਫੀ ਉਹਨੇ ਹਾਰਡ ਟਾਈਮ ਮਹਿਸੂਸ ਕੀਤਾ ਕਿਉਂਕਿ ਬੁਲਿੰਗ ਉਹਦੇ ਨਾਲ ਬਹੁਤ ਹੋਈ, ਹੋਰ ਬਹੁਤ ਕੁਝ ਹੋਇਆ, ਜਿਸ ਕਰਕੇ ਉਹ ਉਸ ਲਾਈਨ ਦੇ ਵਿੱਚ ਪੈ ਗਿਆ ਆਪਣਾ ਪੇਨ ਦੱਬਣ ਵਾਸਤੇ। ਪਰ ਇੱਕ ਵਾਰੀ ਉਸ ਨਸ਼ੇ 'ਤੇ ਲੱਗ ਗਿਆ। ਕਹਿੰਦਾ ਆ ਕਿ ਕਈ ਵਾਰੀ ਪੈਸੇ ਨਹੀਂ ਸੀ ਹੱਥ ਹੁੰਦੇ ਜਿਸ ਦੇ ਨਾਲ ਮੈਂ ਡਰੱਗ ਬਾਏ ਕਰਾਂ। ਕਹਿੰਦਾ ਮੈਂ ਇੰਨਾ ਮਜਬੂਰ ਇੱਕ ਵਾਰੀ ਹੋ ਗਿਆ ਸੀ ਕਿ ਮੈਂ ਨਾਈਫ ਚੱਕਿਆ ਤੇ ਆਪਣੇ ਮਾਂ ਦੇ ਗਰਦਨ 'ਤੇ ਰੱਖ ਦਿੱਤਾ। ਤੇ ਮੈਂ ਉਹਨੂੰ ਇਹੀ ਕਿਹਾ ਕਿ ਮੈਨੂੰ ਫੜਾ ਦੇ ਜਿੰਨੇ ਮੈਨੂੰ ਚਾਹੀਦੇ ਆ, ਕਿ ਅੱਜ ਦਾ ਦਿਨ ਮੈਂ ਕੱਢਣਾ ਹੈ, ਲੋੜ ਪੂਰੀ ਹੋਣੀ ਚਾਹੀਦੀ, ਮੇਰੀ ਲੋੜ ਪੂਰੀ ਹੋਣੀ ਚਾਹੀਦੀ ਹੈ। ਪਰ ਕਹਿੰਦਾ ਹੈ ਕਿ ਹੱਦ ਤੋਂ ਵੱਧ, ਕਹਿੰਦਾ ਮੇਰੇ ਐਕਸ਼ਨ ਵੱਧ ਗਏ ਸੀ ਕਿਉਂਕਿ ਮੈਂ ਆਪਣੇ ਆਪ 'ਤੇ ਕੰਟਰੋਲ ਹੀ ਨਹੀਂ ਪਾ ਸਕਿਆ ਕਿ ਇੱਥੇ ਤੱਕ ਗੱਲ ਪਹੁੰਚ ਗਈ ਕਿ ਮੈਂ ਆਪਣੀ ਸਕੀ ਮਾਂ ਦੇ ਗਲ ਦੇ ਉੱਤੇ ਜਦ ਇਹ ਨਾਈਫ ਚਾਕੂ ਰੱਖ ਕੇ ਤੇ ਪੈਸੇ ਮੰਗ ਸਕਦਾ ਹਾਂ, ਤੇ ਮੈਂ ਹੋਰ ਕਿਹੜੀਆਂ ਚੀਜ਼ਾਂ ਦੇ ਕਾਬਲ ਤੇ, ਰਾਈਟ। ਸੋ
ਇਹ ਗੱਲਾਂ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਅਨਫੋਰਚੂਨੇਟਲੀ ਡਰੱਗ ਐਡਿਕਸ਼ਨ ਹੀ ਇੱਥੇ ਤੱਕ ਪਹੁੰਚ ਜਾਂਦੀ ਆ ਕਿਉਂਕਿ ਇਹਨਾਂ ਨੂੰ ਆਪਣੇ ਉੱਤੇ ਕੋਈ ਬਿਲਕੁਲ ਕੰਟਰੋਲ ਨਹੀਂ ਹੁੰਦਾ ਸਰੀਰ ਤੇ ਜਾਂ ਮਾਈਂਡ ਤੇ ਇਹਨਾਂ ਨੂੰ ਹਰ ਹਾਲਤ ਤੇ ਉਹ ਡਰੱਗ ਚਾਹੀਦਾ ਹੁੰਦਾ ਤੇ ਕੁਛ ਵੀ ਕਰਨ ਲਈ ਤਿਆਰ ਹੋ ਜਾਂਦੇ ਆ ਜੀ। ਸੋ ਜਿਹੜੇ ਹੁਣ ਅੱਧੇ ਤੋਂ ਜ਼ਿਆਦਾ ਕ੍ਰਾਈਮ ਵੀ ਆਪਾਂ ਦੇਖਦੇ ਹਾਂ ਕਮਿਊਨਿਟੀ ਦੇ ਵਿੱਚ ਇਟਸ ਬਿਕਾਜ਼ ਆਫ ਦ ਡਰੱਗ ਐਡਿਕਸ਼ਨ ਕਿਉਂਕਿ ਇਹਨਾਂ ਨੇ ਆਪਣੀ ਐਡਿਕਸ਼ਨ ਫੀਡ ਕਰਨੀ ਹੁੰਦੀ ਹੈ ਤੇ ਕੁਛ ਵੀ ਕਰਨ ਲਈ ਤਿਆਰ ਹੈ। 2 ਸਵਾਲ ਨੇ ਆਖਰੀ ਕਹਿਲ ਦਸਾਂ ਜੀ। ਇੱਕ, ਪੰਜਾਬੀ ਭਾਈਚਾਰੇ ਤੋਂ ਬਿਨਾਂ ਜਿਹੜੀਆਂ ਬਾਕੀ ਕਮਿਊਨਿਟੀਜ਼ ਦੇ ਲੋਕ ਇੱਥੇ ਰਹਿੰਦੇ ਆ, ਸਮੱਸਿਆ ਉਹਨਾਂ 'ਚ ਵੀ ਹੈਗੀ ਆ? ਬਿਲਕੁਲ ਹੈਗੀ ਆ ਬਾਟ ਸਾਹਿਬ, ਇਸ ਗੱਲ ਦਾ ਕੋਈ ਸ਼ੱਕ ਨਹੀਂ। ਸੋ ਇਹੀ ਆਪਾਂ ਨੂੰ ਅੰਡਰਸਟੈਂਡ ਕਰਨ ਦੀ ਲੋੜ ਆ ਕਿ ਡਰੱਗਸ ਐਂਡ ਗੈਂਗਸ ਡੂ ਨਾਟ ਡਿਸਕ੍ਰਿਮੀਨੇਟ। ਇਹਨਾਂ ਨੇ ਇਹ ਨਹੀਂ ਦੇਖਣਾ ਜਾਤ ਪਾਤ, ਕਿਹੜੇ ਬੈਕਗਰਾਊਂਡ, ਕਿਹੜੇ ਰਿਲੀਜਨ ਤੋਂ ਆ। ਇਹਨਾਂ ਨੂੰ ਡਰੱਗਸ ਤੇ ਗੈਂਗਸ ਨੂੰ ਕੋਈ ਪਰਵਾਹ ਨਹੀਂ ਇਸ ਗੱਲ ਦੇ ਨਾਲ। ਕਸਟਮਰ ਚਾਹੀਦਾ ਆ ਤੇ ਇਹਨਾਂ ਨੇ ਜਿਹੜੇ ਡਰੱਗ ਡੀਲਰ ਆ ਇਹ ਕਿਸੇ ਦੇ ਸਕੇ ਨਹੀਂ। ਇਹਨਾਂ ਨੇ ਸਿਰਫ ਤੋਂ ਸਿਰਫ ਆਪਣਾ ਮੁਨਾਫਾ ਦੇਖਣਾ ਹੈ। ਇਹ ਡਰੱਗ ਡੀਲਰ ਕਿਸੇ ਬੱਚੇ ਨੂੰ ਇਹੀ ਕਨਵਿੰਸ ਕਰ ਦਿੰਦੇ ਆ ਕਿ ਅਸੀਂ ਤੇਰੀ ਫੈਮਿਲੀ ਆ, ਅਸੀਂ ਤੇਰੇ ਨਾਲ ਆ, ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਜਿਹੜੇ ਤਾਂ ਬੱਚੇ ਵੇਚਣ 'ਤੇ ਲਾ ਦਿੰਦੇ ਆ ਉਹਨਾਂ ਨੂੰ ਤਾਂ ਚੰਗਾ ਨਿਚੋੜ ਕੱਢ ਕੇ ਤੇ ਇੱਕ ਪਾਸੇ ਛੱਡਦੇ ਆ ਤੇ ਜਿਹੜੇ ਤਾਂ ਡਰੱਗ ਐਡਿਕਟ ਆ ਜਿਨ੍ਹਾਂ ਨੂੰ ਇਹ ਡਰੱਗ ਵੇਚਦੇ ਆ ਉਹਨਾਂ ਨੂੰ ਇਹੀ ਯਕੀਨ ਦਿਲਵਾਉਂਦੇ ਅਸੀਂ ਤੇਰੇ ਨਾਲ ਖੜੇ ਆ, ਤੈਨੂੰ ਫਿਕਰ ਕਰਨ ਦੀ ਕੋਈ ਲੋੜ ਨਹੀਂ। ਰਾਈਟ, ਕਈ ਵਾਰੀ ਜਿਸ ਵਾਸਤੇ ਸ਼ੁਰੂਆਤ ਹੁੰਦੀ ਹੈ ਪਹਿਲੋਂ ਤਾਂ ਫ੍ਰੀ ਦਿੰਦੇ ਆ ਕਿ ਆ ਟਰਾਈ ਕਰਕੇ ਦੇਖ, ਇਟਸ ਗੁੱਡ ਫॉर ਯੂ। ਰਾਈਟ, ਜਦ ਹੁਣ ਪਤਾ ਲੱਗ ਜਾਂਦਾ ਕਿ ਐਡਿਕਸ਼ਨ ਵੱਧ ਗਈ ਤੇ ਕੈਮੀਕਲ ਡਿਪੈਂਡੈਂਸ ਬਣ ਗਈ ਤੇ ਫਿਰ ਪੂਰਾ ਨਿਚੋੜ ਕੱਢਦੇ ਆ। ਇੱਕ ਸਵਾਲ ਹੋਰ, ਜੇ ਆਪਾਂ ਜੈਂਡਰ ਦੀ ਗੱਲ ਕਰੀਏ, ਇਕੱਲੇ ਮੁੰਡੇ ਨੇ ਜਾਂ ਕੁੜੀਆਂ ਵੀ? ਹਾਂਜੀ, ਸੋ ਜੇ ਤੁਸੀਂ ਹੁਣ ਇਹ ਗੱਲ ਕਰਦੇ ਆ, ਆਮ ਗਲੈਡ ਯੂ ਬ੍ਰਾਟ ਦੈਟ ਅਪ, ਸਟੈਟਿਸਟਿਕਲੀ ਸਪੀਕਿੰਗ ਜਿਹੜੇ ਓਵਰਡੋਸ ਹੋਏ ਆ ਖਾਸ ਕਰਕੇ 2021 ਦੇ ਵਿੱਚ 79% ਮੈਨ 79% ਮੈਨ ਜਿਹੜੇ ਓਵਰਡੋਸ ਤੋਂ ਮਰੇ। ਸੋ ਪਰ ਇਹ ਕੁੜੀਆਂ ਮੁੰਡੇ ਦੇ ਵਿੱਚ ਇਕੁਅਲ ਪ੍ਰੋਬਲਮ ਬਣੀ ਜਾਂਦੀ ਹੈ ਜੀ, ਹੌਲੀ ਵਧੀ ਜਾਂਦੀ ਹੈ। ਬਿਲਕੁਲ। ਅੱਛਾ ਕਹਿਲ ਦਸਾਂ ਜੀ, ਆਪਣਾ ਪ੍ਰੋਗਰਾਮ ਕਿਉਂਕਿ ਦੁਨੀਆ ਭਰ 'ਚ ਚੱਲਣਾ ਹੈ, ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਲੋਕਾਂ ਨੇ ਦੇਖਣਾ ਹੈ। ਬਹੁਤ ਸਾਰੇ ਪੇਰੈਂਟਸ ਜਿਹੜੇ ਆ ਜਿਨ੍ਹਾਂ ਦੇ ਬੱਚੇ ਆ ਚੁੱਕੇ ਆ, 2 ਸਾਲ ਪਹਿਲਾਂ ਆਏ, ਰੀਸੈਂਟਲੀ ਆਏ, ਜਾਂ ਜਿਨ੍ਹਾਂ ਦੇ ਬੱਚੇ ਰੈਡੀ ਨੇ ਇੰਟਰਨੈਸ਼ਨਲ ਸਟੂਡੈਂਟ ਦੇ ਤੌਰ ਦੇ ਉੱਤੇ ਇੱਥੇ ਆਉਣ ਦੇ ਲਈ, ਉਹ ਹੁਣ ਚਿੰਤਤ ਹੋਣਗੇ ਥੋੜ੍ਹਾ ਜਿਹਾ ਵੀ ਇੱਥੋਂ ਤਾਂ ਇਸ ਕਰਕੇ ਭੇਜਦੇ ਆ ਕਿ ਬੱਚੇ ਬਚਣ, ਜੇ ਉੱਥੇ ਵੀ ਇਹ ਸਮੱਸਿਆ ਤਾਂ ਕਰੀਏ ਕੀ? ਉਹਨਾਂ ਦੇ ਲਈ ਤੁਹਾਡੇ ਕੀ ਸੁਜੈਸ਼ਨ ਨੇ ਕਿ ਉਹ ਪੇਰੈਂਟਸ ਆਪਣੇ ਬੱਚਿਆਂ ਨੂੰ ਮੈਂਟਲੀ ਕਿਵੇਂ ਪ੍ਰਪੇਅਰ ਕਰਨ ਜਦੋਂ ਬੱਚੇ ਇੱਥੇ ਆ ਵੀ ਜਾਂਦੇ ਆ? ਕਮਿਊਨੀਕੇਸ਼ਨ ਕਿੱਦਾਂ ਦੀ ਕਰਨ? ਕਈ ਵਾਰੀ ਜ਼ਿਆਦਾ ਪ੍ਰੈਸ਼ਰ ਪਾਤੇ ਜਾਂਦੇ, ਕਈ ਵਾਰੀ ਪੇਰੈਂਟਸ ਦੀ ਵੀ ਉੱਥੇ ਇਕਨੋਮਿਕਲੀ ਸਮੱਸਿਆ ਹੁੰਦੀ ਆ, ਫੀਸਾਂ ਹੋਰ ਨਹੀਂ ਭੇਜ ਸਕਦੇ। ਕੁਛ ਨਾ ਕੁਛ ਜ਼ਰੂਰ ਰੱਖ ਕੇ ਜਾਓ ਜਿਹਦੇ ਨਾਲ ਕਿ ਉਹਨਾਂ ਨੂੰ ਪਤਾ ਲੱਗੇ ਕਿ ਸਾਡਾ ਵੇ ਆਇਆ, ਅਸੀਂ ਆ ਕੁਛ ਕਰ ਸਕਦੇ ਹਾਂ। ਜੇ ਹੁਣ ਤੁਹਾਡਾ ਬੱਚਾ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਕਰ ਰਿਹਾ ਆ ਕਿ ਮੈਂ ਕਾਫੀ ਸਟ੍ਰੈਸ ਜਾਂ ਪ੍ਰੈਸ਼ਰ ਐਕਸਪੀਰੀਅੰਸ ਕਰ ਰਿਹਾ ਆ, ਆਪਣੇ ਮਾਪਿਆਂ ਨੂੰ ਇਹ ਗੱਲ ਦੱਬਣੀ ਨਹੀਂ ਚਾਹੀਦੀ ਜੀ, ਇਗਨੋਰ ਨਹੀਂ ਕਰਨੀ ਚਾਹੀਦੀ ਕਿ ਕੁਛ ਨਹੀਂ ਹੁੰਦਾ, ਕੋਈ ਗੱਲ ਨਹੀਂ, ਰਾਈਟ, ਵੀਲ ਗੈਟ ਥਰੂ ਦਿਸ। ਬੱਚੇ ਦੀ ਸੁਣਨੀ ਚਾਹੀਦੀ ਹੈ ਕਿ ਬੱਚਾ ਕਿਹੜੇ ਪਾਸਿਓਂ ਬੋਲ ਰਿਹਾ, ਉਹਨਾਂ ਨੂੰ ਅੰਡਰਸਟੈਂਡ ਕਰਨ ਦੀ ਕੋਸ਼ਿਸ਼ ਕਰੋ। ਖਾਸ ਕਰਕੇ ਆਪਣੇ ਪੰਜਾਬੀ ਕਮਿਊਨਿਟੀ ਦੇ ਵਿੱਚ ਦੇयर ਇਜ਼ ਅ ਲੈਕ ਆਫ ਕਮਿਊਨੀਕੇਸ਼ਨ। ਇੱਕ ਦੂਜੇ ਨਾਲ ਆਪਾਂ ਡਾਇਲੌਗ ਜਾਂ ਕਮਿਊਨੀਕੇਸ਼ਨ ਕਰਕੇ ਕੁਛ ਨਹੀਂ। ਮਾਪੇ ਹੀ ਸੋਚਦੇ ਹੁੰਦੇ ਆ ਕਿ ਸਾਡੀ ਰਿਸਪੌਂਸਿਬਿਲਿਟੀ ਹੈਗੀ ਆ, ਅਸੀਂ ਅਲਟੀਮੇਟ ਅਥਾਰਟੀ ਆ, ਅਸੀਂ ਤੈਨੂੰ ਦੱਸੋਗੇ ਕਿ ਕਿੱਦਾਂ ਕਰਨੀ ਆ, ਕਿੱਥੇ ਜਾਣਾ, ਕੀ ਬਣਨਾ ਹੈ, ਰਾਈਟ। ਪਰ ਅੱਜ ਕੱਲ੍ਹ ਦੇ ਜਿਹੜੇ ਬੱਚੇ ਆ ਦੇ ਆਰ ਐਕਸਟ੍ਰੀਮਲੀ ਇੰਟੈਲੀਜੈਂਟ। ਦੇਖ ਲਓ, ਸਾਰੀ ਸੋਸ਼ਲ ਮੀਡੀਆ ਸਾਰਾ ਕੁਛ ਅੰਡਰਸਟੈਂਡ ਕਰਦੇ ਆ, ਸਾਰੀ ਦੁਨੀਆ ਇਹਨਾਂ ਦੇ ਹੱਥ ਦੇ ਵਿੱਚ ਆ, ਫੋਨ ਚੱਕੀਦਾ ਹੈ, ਸਾਰੀ ਇਨਫੋਰਮੇਸ਼ਨ ਆ ਜਾਂਦੀ ਹੈ। ਸੋ ਆਪਾਂ ਨੂੰ ਇਹਨਾਂ ਨੂੰ ਨਿਆਣਿਆਂ ਨੂੰ ਨਹੀਂ ਟਰੀਟ ਕਰਨਾ ਚਾਹੀਦਾ। ਦੂਜੀ ਸਭ ਤੋਂ ਵੱਡੀ ਇਹ ਗੱਲ ਆ ਕਿ ਜਿਹੜੇ ਮਾਪਿਆਂ ਦੇ ਮੈਨੂੰ ਪੰਜਾਬ ਤੋਂ ਫੋਨ ਆਉਂਦੇ ਆ, ਉਹ ਆਪ ਹੀ ਐਡਮਿਟ ਕਰਦੇ ਆ, ਕਹਿੰਦੇ ਕਈ ਆਦਤਾਂ ਸੀ ਜਿਹੜੀਆਂ ਅਸੀਂ ਸੁਧਾਰ ਸਕਦੇ ਸੀ ਜਿਸ ਸਮੇਂ ਬੱਚੇ ਸਾਡੇ ਅੱਖੀ ਸਾਹਮਣੇ ਸੀ, ਪਰ ਅਸੀਂ ਇਸ ਗੱਲਾਂ ਦਾ ਖਿਆਲ ਨਹੀਂ ਕੀਤਾ ਤੇ ਉਹ ਗੱਲਾਂ ਜਦ ਇੱਥੇ ਭੇਜ ਦਿੱਤੇ ਬੱਚੇ ਤੇ ਉਹ ਗੱਲਾਂ ਹੁਣ ਬਾਹਰ ਨੂੰ ਆ ਰਹੀਆਂ ਆ ਜੀ। ਸੋ ਉਹੀ ਮੈਂ ਮਾਪਿਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹਾਂ ਕਿ ਉੱਥੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ, ਆਪਣੇ ਬੱਚੇ ਨੂੰ ਜਾਣਨ ਦੀ ਕੋਸ਼ਿਸ਼ ਕਰੋ ਕਿ ਸਾਡੇ ਬੱਚੇ ਦੀਆਂ ਹੈਬਿਟਾਂ ਕੀ ਆ, ਜਿੱਥੇ ਸੁਧਾਰ ਕਰ ਸਕਦੇ ਹਾਂ ਸੁਧਾਰ ਕਰੋ ਬੱਚਿਆਂ ਉੱਤੇ, ਉਹੀ ਹੈਬਿਟਾਂ ਕੰਟਰੋਲ ਕਰਕੇ ਫਿਰ ਬੱਚਿਆਂ ਨੂੰ ਭੇਜੋ ਜਦ ਤੁਹਾਨੂੰ ਬਿਲਕੁਲ ਯਕੀਨ ਹੈ। ਸਿਰਫ ਇਹੀ ਨਾ ਇਹ ਸੋਚੋ ਕਿ ਇਹ ਸਾਡਾ ਟਿਕਟ ਆ ਕੈਨੇਡਾ ਨੂੰ ਜੀ ਜੀ, ਰਾਈਟ। ਸਿਰਫ ਸਪਾਂਸਰਸ਼ਿਪ ਬਾਰੇ ਨਾ ਸੋਚੋ ਕਿ ਸਾਡਾ ਭਵਿੱਖ, ਸਾਡਾ ਫਿਊਚਰ ਫੈਮਿਲੀ ਦਾ ਇਸ ਤਰ੍ਹਾਂ ਬਣ ਜਾਊਗਾ। ਉਹ ਬੱਚੇ ਦੀ ਮੈਂਟਲ ਹੈਲਥ ਬਾਰੇ ਵੀ ਸੋਚੋ ਜੀ, ਰਾਈਟ। ਇਨਸਾਨ ਆ, ਕੋਈ ਰੋਬੋਟ ਜਾਂ ਮਸ਼ੀਨ ਨਹੀਂ। ਬਿਲਕੁਲ ਠੀਕ ਹੈ ਜੀ। ਕਹਿਲ ਦਸਾਂ ਜੀ, ਇਸ਼ੂ ਬਹੁਤ ਇੰਪੋਰਟੈਂਟ ਹੈ। ਆਪਾਂ ਜਿਹੜੇ ਗੈਂਗ ਮੈਂਬਰਸ ਨੇ, ਗੈਂਗ ਵਾਰ ਹੁੰਦੀ ਹੈ, ਉਹਨਾਂ ਦੇ ਵਿੱਚ ਬੱਚੇ ਫਸ ਜਾਂਦੇ, ਉਹਨਾਂ ਦੇ ਉੱਤੇ ਕਿਸੇ ਦਿਨ ਵੱਖਰਾ ਪ੍ਰੋਗਰਾਮ ਹੋਰ ਵੀ ਕਰਾਂਗੇ। ਇਸ ਪ੍ਰੋਗਰਾਮ ਨੂੰ ਵੀ ਅੱਗੇ ਆਪਾਂ ਅਜੇ ਹੋਰ ਖਿੱਚ ਕੇ ਲਿਜਾਣਾ ਕਿਉਂਕਿ ਬਹੁਤ ਸਾਰੀਆਂ ਟਿੱਪਣੀਆਂ ਆਉਣਗੀਆਂ, ਪਰ ਅੱਜ ਦੇ ਪ੍ਰੋਗਰਾਮ 'ਚ ਇੰਨਾ ਹੀ ਆ। ਜਾਂਦੇ ਜਾਂਦੇ ਹੋਰ ਕੁਝ ਕਹਿਣਾ ਚਾਹੋ ਤਾਂ ਮੈਸੇਜ ਕੋਈ? ਹਾਂਜੀ, ਮੈਸੇਜ ਸਾਰੇ ਕਮਿਊਨਿਟੀ ਨੂੰ ਬਸ ਇਹੀ ਹੈ ਕਿ ਪਲੀਜ਼ ਇਕਤਾ ਰੱਖੋ ਆਪਣੀ ਕਮਿਊਨਿਟੀ ਦੇ ਵਿੱਚ। ਜੇ ਹੋਰ ਕਿਸੇ ਦਾ ਬੱਚਾ ਇਸ ਲਾਈਨ ਦੇ ਵਿੱਚ ਪਿਆ ਹੋਇਆ ਹੈ, ਆਪਣਾ ਹੀ ਬੱਚਾ ਸਮਝੋ, ਕਿਉਂਕਿ ਕਿਡਸ ਪਲੇ ਦੀ ਕਹਾਵਤ ਆ, ਇਟ ਟੇਕਸ ਅ ਵਿਲੇਜ ਟੂ ਰੇਜ਼ ਦ ਚਾਈਲਡ। ਹੁਣ ਪੰਜਾਬ ਦੇ ਵਿੱਚ ਆਪਾਂ ਆਪਣੇ ਬਜ਼ੁਰਗਾਂ ਵਿੱਚ ਦੇਖਦੇ ਹਾਂ, ਪਿੰਡਾਂ ਦੇ ਵਿੱਚ ਪਿਆਰ ਹੁੰਦਾ ਸੀ, ਇੱਕ ਦੂਜੇ ਦਾ ਖਿਆਲ ਰੱਖਦੇ ਸੀ। ਇਹੀ ਪਿੰਡਾਂ ਦਾ ਮਾਹੌਲ ਆਪਾਂ ਨੂੰ ਇੱਥੇ ਬਣਾਉਣ ਦੀ ਲੋੜ ਹੈ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ ਜੀ। ਸੋ ਕਹਿਲ ਦਸਾਂਝ ਸਾਡੇ ਨਾਲ ਜੁੜੇ ਵੈਨਕੂਵਰ ਪੁਲਿਸ ਆਫੀਸਰ ਨੇ, ਪਿਛਲੇ 23 ਸਾਲ ਤੋਂ ਵੈਨਕੂਵਰ ਪੁਲਿਸ ਦੇ ਵਿੱਚ ਕੰਮ ਕਰ ਰਿਹਾ। ਖਾਸ ਤੌਰ ਦੇ ਉੱਤੇ
ਉਸ ਇਲਾਕੇ ਦੇ ਵਿੱਚ ਇਹਨਾਂ ਦੀ ਮੁਹਾਰਤ ਹੈ ਕੰਮ ਕਰਨ ਦੀ, ਡਾਊਨਟਾਊਨ ਈਸਟ ਸਾਈਡ, ਜਿੱਥੇ ਕਿ ਇਹ ਸਾਰਾ ਕੁਝ ਬਾਕੀ ਇਲਾਕਿਆਂ ਦੇ ਮੁਕਾਬਲੇ ਜ਼ਿਆਦਾ ਗਿਣਤੀ ਦੇ ਵਿੱਚ ਹੁੰਦਾ ਹੈ। ਤੇ ਇਹਦੇ ਤੋਂ ਇਲਾਵਾ ਕਿਡਸ ਪਲੇ ਫਾਊਂਡੇਸ਼ਨ ਬਣਾਈ ਹੈ, ਉਹਦੇ CEO ਨੇ ਬਹੁਤ ਸਾਰੀ ਸਰਗਰਮੀ ਇਸੇ ਮੁੱਦੇ ਦੇ ਉੱਤੇ ਕਿ ਨੌਜਵਾਨ ਪੀੜ੍ਹੀ ਜਿਹੜੀ ਹੈ, ਸਾਡੇ ਜਿਹੜੇ ਜਵਾਨ ਹੋ ਰਹੇ ਧੀਆਂ ਪੁੱਤ ਨੇ, ਉਹਨਾਂ ਨੂੰ ਆਪਾਂ ਚੰਗੇ ਪਾਸੇ ਲਾਉਣਾ ਹੈ। ਪਿਛਲੇ ਸਮੇਂ ਦੇ ਵਿੱਚ ਵੀ ਉਹਨਾਂ ਦੇ ਨਾਲ ਕਈ ਵਾਰ ਗੱਲਬਾਤ ਕੀਤੀ ਸੀ। ਸੋ ਕੱਲਾ ਪੰਜਾਬ ਦੇ ਵਿੱਚ ਹੀ ਨਹੀਂ, ਦੁਨੀਆ ਦੇ ਬਾਕੀ ਦੇਸ਼ਾਂ 'ਚ ਨਹੀਂ, ਕੈਨੇਡਾ ਦੇ ਵਿੱਚ ਵੀ ਨਸ਼ੇ ਦੀ ਸਮੱਸਿਆ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਚਾਹੇ ਉਹ ਆਪਣਾ ਭਾਈਚਾਰਾ ਇੱਥੇ ਪੁਰਾਣਾ ਰਹਿੰਦਾ ਹੈ, ਚਾਹੇ ਸਾਡੇ ਇੰਟਰਨੈਸ਼ਨਲ ਸਟੂਡੈਂਟਸ ਆ ਰਹੇ ਨੇ, ਚਾਹੇ ਕੋਈ ਵਰਕ ਪਰਮਿਟ ਤੇ ਆ ਰਿਹਾ। ਪ੍ਰੋਗਰਾਮ ਦਾ ਮਕਸਦ ਸੀ ਕਿ ਪਹਿਲੀ ਗੱਲ ਨਸ਼ੇ ਤੋਂ ਬਚ ਜਾਈਏ, ਜਿਵੇਂ ਵੀ ਬਚ ਹੁੰਦਾ ਸਾਨੂੰ ਪਤਾ ਹੋਣਾ ਚਾਹੀਦਾ ਕਿ ਇੱਥੇ ਕਿਹੜੇ-ਕਿਹੜੇ ਢੰਗ ਤਰੀਕਿਆਂ ਦੇ ਨਾਲ ਜਾਣੇ ਅਣਜਾਣੇ ਉਹਦੇ ਵਿੱਚ ਅਸੀਂ ਫਸ ਸਕਦੇ ਹਾਂ, ਤੇ ਦੂਸਰਾ ਉਹਦੇ ਵਿੱਚੋਂ ਨਿਕਲਣਾ ਕਿਵੇਂ ਹੈ। ਤੁਸੀਂ ਆਪਦੀਆਂ ਟਿੱਪਣੀਆਂ ਜ਼ਰੂਰ ਕਰ ਦਿਓ, ਤੁਹਾਡੇ ਕੁਝ ਸਵਾਲ ਹੋਣ ਉਹ ਵੀ ਕਰ ਦਿਓ। ਅਗਲੇ ਪ੍ਰੋਗਰਾਮ ਦੇ ਵਿੱਚ ਆਪਾਂ ਕੈਲ ਸਾਂਝ ਹੋਰਾਂ ਤੋਂ ਸਾਰੀ ਚੀਜ਼ ਪੁੱਛ ਲਾਂਗੇ। ਇੱਥੇ ਦਿਓ ਪਰਮਜੀਤ ਸਿੰਘ ਬਾਠ ਨੂੰ ਆਗਿਆ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।